ਸਤਿ ਸ੍ਰੀ ਅਕਾਲ। ਤੁਸੀਂ ਲੋਕਰਾਣ ਚੈਨਲ ਪੰਜਾਬੀ ਦੇਖ ਰਹੇ ਹੋ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਖਬਰਾਂ ਟੌਪ ਦੀਆਂ ਦੇ ਵਿੱਚ ਅੱਜ ਅਸੀਂ ਬੀਜੇਪੀ ਦੇ ਵਿਰੋਧ ਦੀ ਗੱਲ ਕਰਾਂਗੇ। ਜਿਸ ਤਰੀਕੇ ਦੇ ਨਾਲ ਬੀਜੇਪੀ ਨੂੰ ਪੰਜਾਬ ਤੇ ਹਰਿਆਣਾ ਦੇ ਵਿੱਚ ਹੀ ਨਹੀਂ, ਪੂਰੇ ਭਾਰਤ ਦੇ ਵਿੱਚ ਜਿੱਥੇ ਵੀ ਬੀਜੇਪੀ ਲੀਡਰ ਬਾਹਰ ਨਿਕਲਦੇ ਨੇ ਤਾਂ ਕਿਸਾਨਾਂ ਵੱਲੋਂ ਉਹਨਾਂ ਦਾ ਜ਼ਬਰਦਸਤ ਵਿਰੋਧ ਕੀਤਾ ਜਾਂਦਾ ਹੈ। ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ ਉਸ ਤੋਂ ਬਾਅਦ ਕਿਸਾਨਾਂ ਦੇ ਉੱਤੇ ਲਾਠੀ ਚਾਰਜ ਕੀਤਾ ਗਿਆ, ਕਿਤੇ ਪੱਗਾਂ ਉਤਰ ਗਈਆਂ। ਇਸ ਤਰ੍ਹਾਂ ਦੀਆਂ ਤਸਵੀਰਾਂ ਖਬਰਾਂ ਲਗਾਤਾਰ ਸਾਹਮਣੇ ਆ ਰਹੀਆਂ, ਉਹਦੇ ਉੱਤੇ ਚਰਚਾ ਕਰਾਂਗੇ। ਤੇ ਦੂਜੀ ਗੱਲ ਇਹ ਹੈ ਕਿ ਹਰਿਆਣਾ ਦੇ ਵਿੱਚ ਜਿਹੜਾ ਬੀਜੇਪੀ ਦੇ ਉੱਤੇ ਲਗਾਤਾਰ ਪ੍ਰੈਸ਼ਰ ਬਣਦਾ ਜਾ ਰਿਹਾ। ਜਜਪਾ ਦੇ ਵੱਲੋਂ ਭਾਵੇਂ ਹਾਲੇ ਤੱਕ ਕੋਈ ਵੀ ਇਹੋ ਜਿਹਾ ਬਿਆਨ ਨਹੀਂ ਦਿੱਤਾ ਗਿਆ। ਕਿਸਾਨਾਂ ਦੇ ਹੱਕ ਵਿੱਚ ਇਹੀ ਕਿਹਾ ਜਾ ਰਿਹਾ ਕਿ ਸਰਕਾਰ ਦੇ ਨਾਲ ਗੱਲਬਾਤ ਬਣ ਜਾਏਗੀ, ਪਰ ਅਭੈ ਚੌਟਾਲਾ ਜਿਹੜੇ ਨੇ ਵਿਧਾਇਕ ਨੇ ਹਰਿਆਣਾ ਦੇ ਵਿੱਚ, ਉਹ ਕਹਿੰਦੇ ਨੇ ਕਿ ਮੈਂ ਅਸਤੀਫਾ ਦੇ ਦਿਆਂਗਾ ਜੇ 26 ਤਰੀਕ ਨੂੰ ਕੋਈ ਗੱਲ ਨਹੀਂ ਬਣਦੀ ਕਿਸਾਨਾਂ ਦੇ ਨਾਲ, ਕਾਨੂੰਨ ਵਾਪਸ ਸਰਕਾਰ ਨਹੀਂ ਲੈਂਦੀ। ਇਸ ਤੋਂ ਇਲਾਵਾ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਲਗਾਤਾਰ ਬਿਆਨਬਾਜ਼ੀ ਕਰ ਰਹੇ ਨੇ ਰਾਜੋਆਣਾ ਨੂੰ ਲੈ ਕੇ। ਉਹ ਕਹਿੰਦੇ ਨੇ ਕਿ ਸਰਕਾਰ ਨੂੰ ਰਾਜੋਆਣਾ ਨੂੰ ਛੱਡ ਦੇਣਾ ਚਾਹੀਦਾ। ਇਸ ਸਮੇਂ ਦੌਰਾਨ ਜਦੋਂ ਕਿਸਾਨੀ ਅੰਦੋਲਨ ਪੂਰੀ ਤਰ੍ਹਾਂ ਭਖਿਆ ਹੋਇਆ, ਜਥੇਦਾਰ ਸਾਹਿਬ ਦਾ ਬਿਆਨ ਵੀ ਸਾਹਮਣੇ ਆਉਂਦਾ ਹੈ ਕਿ ਕਿਸਾਨਾਂ ਦੇ ਮਸਲੇ ਦੇ ਵਿੱਚ ਕਿਸ ਤਰ੍ਹਾਂ ਦੀ ਜਿਹੜਾ ਰੋਲ ਹੈ ਉਹ ਅਕਾਲ ਤਖਤ ਸਾਹਿਬ ਵੱਲੋਂ ਨਿਭਾਇਆ ਜਾਣਾ ਹੈ। ਇਸ ਉੱਤੇ ਵੀ ਕਈ ਤਰ੍ਹਾਂ ਦੀਆਂ ਚਰਚਾਵਾਂ ਹੋ ਰਹੀਆਂ ਸੀ। ਜਥੇਦਾਰ ਸਾਹਿਬ ਨੇ ਕੀ ਕੁਝ ਕਿਹਾ ਉਹਦੇ ਉੱਤੇ ਗੱਲਬਾਤ ਕਰਾਂਗੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕੀ ਕਹਿਣਾ ਹੈ ਕਿਸਾਨੀ ਅੰਦੋਲਨ ਦੇ ਬਾਰੇ, ਉਹਦੇ ਉੱਤੇ ਗੱਲਬਾਤ ਕਰਾਂਗੇ। ਸੁਪਰੀਮ ਕੋਰਟ ਦੇ ਵਿੱਚ ਕਿਸ ਤਰ੍ਹਾਂ ਦੀ ਜਿਹੜੀ ਤਿਆਰੀ ਹੈ ਕਿਸਾਨਾਂ ਦੀ, ਸੁਪਰੀਮ ਕੋਰਟ 'ਚ ਜਵਾਬ ਦੇਣ ਦੇ ਲਈ ਚੱਲ ਰਹੀ ਹੈ। ਕਿਸਾਨਾਂ ਦੇ ਵੱਲੋਂ ਇੱਕ ਐਮਰਜੈਂਸੀ ਮੀਟਿੰਗ ਵੀ ਸੱਦੀ ਗਈ ਹੈ। ਸਭ ਦੇ ਉੱਤੇ ਗੱਲਬਾਤ ਕਰਾਂਗੇ। ਮੇਰੇ ਨਾਲ ਇਸ ਵੇਲੇ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਰਾਏਪੁਰ ਮੌਜੂਦ ਨੇ। ਪਰਮਿੰਦਰ ਜੀ, ਸਵਾਗਤ ਹੈ ਤੁਹਾਡਾ। ਸ਼ੁਕਰੀਆ ਜੀ, ਧੰਨਵਾਦ ਸੁਖਵਿੰਦਰ ਜੀ। ਪਰਮਿੰਦਰ, ਜਿਵੇਂ ਕਿ ਆਪਾਂ ਤਸਵੀਰਾਂ ਦੇਖ ਰਹੇ ਹਾਂ, ਅੱਜ ਦਿਨ ਚੜ੍ਹਦਿਆਂ ਹੀ ਲਾ ਲਓ ਕਿ ਵੈਸੇ ਤਾਂ ਇਹ ਸਾਲ ਇਸ ਤਰ੍ਹਾਂ ਦਾ ਚੜ੍ਹਿਆ ਜਾਂ ਇਸ ਤੋਂ ਪਹਿਲਾਂ ਪਿਛਲੇ ਸਾਲ ਵੀ ਜਿਵੇਂ ਵਿਰੋਧ ਪ੍ਰਦਰਸ਼ਨ ਹੁੰਦਾ ਰਿਹਾ, ਦਿਨ ਚੜ੍ਹਦਿਆਂ ਹੀ ਬੀਜੇਪੀ ਨੂੰ ਮੁੱਖ ਮੰਤਰੀ ਜਿਹੜੇ ਹਰਿਆਣਾ ਦੇ ਵਿੱਚ ਨੇ ਮਨੋਹਰ ਲਾਲ ਖੱਟਰ, ਉਹਨਾਂ ਨੂੰ ਜਿਹੜਾ ਹਰਿਆਣਾ ਦੇ ਵਿੱਚ ਵਿਰੋਧ ਦਾ ਸਾਹਮਣਾ ਕਰਨਾ ਪਿਆ। ਉਹ ਤਸਵੀਰਾਂ ਥੋੜ੍ਹਾ ਦੱਸਿਓ ਕਿ ਕਿਸ ਤਰ੍ਹਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ, ਪੰਜਾਬ 'ਚੋਂ ਕਿੱਦਾਂ ਦੀਆਂ ਸਾਹਮਣੇ ਆ ਰਹੀਆਂ, ਪੁਲਿਸ ਤੇ ਕਿਸਾਨਾਂ ਦੇ ਵਿਚਾਲੇ ਕਿਸ ਤਰ੍ਹਾਂ ਦਾ ਤਕਰਾਰ ਹੈ, ਬੀਜੇਪੀ ਦਾ ਵਿਰੋਧ ਸਾਰਾ ਨਿਸ਼ਾਨਾ ਬੀਜੇਪੀ ਵੱਲ ਹੈ। ਦੇਖੋ, ਬੀਜੇਪੀ ਦੀ ਸਰਕਾਰ ਆ ਸੈਂਟਰ ਦੇ ਵਿੱਚ, ਜਿਹੜੀ ਕਾਨੂੰਨ ਲੈ ਕੇ ਆਈ ਹੈ, ਕਾਨੂੰਨ ਬਣਾਏ ਨੇ ਜਿਹਨੇ, ਤੇ ਸੁਭਾਵਿਕ ਕੀ ਹੈ ਕਿ ਉਹਦਾ ਵਿਰੋਧ ਤਾਂ ਹੋਣਾ ਹੀ ਆ। ਤੇ ਉਹਦੇ ਵਿੱਚ ਇਹ ਹੈ ਕਿ ਜਿੱਦਾਂ ਜਿਹੜੇ ਸਟੇਟ ਦੇ ਵਿੱਚ, ਜਿੱਦਾਂ ਪੰਜਾਬ ਦੇ ਨਾਲ ਹਰਿਆਣਾ ਤਾਂ ਜੁੜਿਆ ਹੀ ਹੋਇਆ ਸੀ, ਨਾਮ ਜੁੜਿਆ ਹੋਇਆ ਸ਼ੁਰੂ ਤੋਂ ਲੈ ਕੇ ਇਸ ਅੰਦੋਲਨ ਦੇ। ਤਾਂ ਹਰਿਆਣਾ ਦੇ ਵਿੱਚ ਬੀਜੇਪੀ ਦੀ ਸਰਕਾਰ ਆ ਤੇ ਮਨੋਹਰ ਲਾਲ ਖੱਟਰ ਜਿਹੜੇ ਹੈਗੇ ਨੇ ਹੁਣ ਤੱਕ ਇਹੀ ਕਹਿੰਦੇ ਆਏ ਆ ਕਿ ਹਰਿਆਣਾ ਦੇ ਜਿਹੜੇ ਕਿਸਾਨ ਨੇ ਉਹ ਸਹਿਮਤ ਨੇ ਬਿੱਲਾਂ ਨਾਲ, ਕਾਨੂੰਨ ਨਾਲ ਸਹਿਮਤ ਨੇ। ਅਤੇ ਜਿਉਂ-ਜਿਉਂ ਸਮਾਂ ਬੀਤਦਾ ਗਿਆ ਅਤੇ ਸੱਚ ਜਿਹੜਾ ਹੈਗਾ ਉਹ ਸਾਹਮਣੇ ਆਉਣ ਲੱਗਿਆ। ਪਹਿਲਾਂ ਤਾਂ ਕਿਤੇ ਨਾ ਕਿਤੇ ਜਾ ਕੇ ਲੋਕਾਂ 'ਚ ਥੋੜ੍ਹਾ ਵਹਿਮ ਭਰਮ ਵੀ ਹੁੰਦਾ, ਡਰ ਵੀ ਹੁੰਦਾ ਵੀ ਸ਼ਾਇਦ ਕਿਤੇ ਅੰਦੋਲਨ ਦੇ ਨਾਂ 'ਤੇ ਸਾਡੇ 'ਤੇ ਪਰਚੇ ਨਾ ਦੇ ਦੇਣ ਜਾਂ ਸਾਨੂੰ ਡਾਂਗਾ ਮਾਰ ਕੇ ਅੰਦਰ ਨਾ ਤੁਰਨ ਦੇਣਾ, ਕਿਉਂਕਿ ਸਰਕਾਰ ਆ ਸੈਂਟਰ 'ਚ ਵੀ ਅਤੇ ਹਰਿਆਣਾ 'ਚ ਵੀ। ਅਤੇ ਜਿਉਂ-ਜਿਉਂ ਉਹਨਾਂ ਨੇ ਦੇਖਿਆ ਕਿ ਲੋਕ ਰੋਹ ਵੱਧਦਾ ਜਾ ਰਹੇ ਆ, ਲੋਕ ਸਾਰੇ ਇਕੱਠੇ ਹੋ ਰਹੇ ਨੇ, ਤਾਂ ਹਰਿਆਣਾ ਦੇ ਵਿੱਚ ਕਿਉਂ ਢਿੱਲ ਰਹੇ। ਅਤੇ ਹਰਿਆਣਾ ਦੇ ਵਿੱਚ ਵੀ ਹੁਣ ਤੁਸੀਂ ਦੇਖ ਹੀ ਰਹੇ ਹੋ ਕਿ ਕਰਨਾਲ ਦੇ ਵਿੱਚ ਕੱਲ੍ਹ ਜਿਹੜੀ ਮਹਾਂ ਪੰਚਾਇਤ ਇਹਨਾਂ ਨੇ ਆਯੋਜਨ ਕੀਤੀ ਸੀ, ਕਰਨੀ ਆ, ਪ੍ਰੋਗਰਾਮ ਬਣਾਇਆ ਸੀ ਅੱਜ ਉਹਦਾ, ਕਿ ਉਹਦੇ ਵਿੱਚ ਮਹਾਂ ਪੰਚਾਇਤ ਕਰੀ ਅਸੀਂ, ਅਤੇ ਬੀਜੇਪੀ ਦੀ ਮਹਾਂ ਪੰਚਾਇਤ ਸੀਗੀ ਇਹ। ਉਹਦੇ ਵਿੱਚ ਹੁਣ ਉਹ ਕਿਸਾਨਾਂ ਨੇ ਜਿਹੜਾ ਐਡੇ ਜ਼ਿਆਦਾ ਪ੍ਰਦਰਸ਼ਨਕਾਰੀ ਕਿਸਾਨ ਇਕੱਠੇ ਹੋਏ ਜਿਹੜੇ ਇਸ ਮਹਾਂ ਪੰਚਾਇਤ ਦਾ ਵਿਰੋਧ ਕਰ ਰਹੇ ਸੀਗੇ, ਅਤੇ ਉਹਨਾਂ ਨੇ ਮੰਚ ਵੀ ਖੇਡਤਾ, ਉਹਦਾ ਹੈਲੀਕਾਪਟਰ ਨਹੀਂ ਉਤਰਨ ਦਿੱਤਾ, ਪੁਲਿਸ ਦੇ ਵਿਚਾਲੇ ਅਤੇ ਉਹ ਕਿਸਾਨਾਂ ਦੇ ਵਿਚਾਲੇ ਪ੍ਰਦਰਸ਼ਨਕਾਰੀ ਜਿਹੜੇ ਹੈਗੇ ਸੀ ਕਿਸਾਨ, ਉਹਨਾਂ ਦੇ ਵਿਚਾਲੇ ਝੜਪ ਵੀ ਹੋਈ ਆ। ਹੰਝੂ ਗੈਸ ਜਿਹੜੀ ਹੈ ਉਹਦੇ ਗੋਲੇ ਵੀ ਦਾਗੇ ਗਏ ਆ। ਉਹ ਚੀਜ਼ਾਂ ਹੁਣ ਖੱਟਰ ਆ ਕੇ ਸਾਹਮਣੇ ਬਿਆਨ ਦੇਣ, ਹੁਣ ਕਹਿਣ ਕਿ ਇਹ ਕੌਣ ਨੇ। ਜਿੱਦਾਂ ਪਹਿਲਾਂ ਕਹਿੰਦੇ ਸੀ ਕਿ ਕਿਸਾਨ ਨਹੀਂ ਹੈਗੇ ਇਹ, ਤਾਂ ਕਾਮਰੇਡ ਨੇ, ਮਾਓਵਾਦੀ ਨੇ, ਜਾਂ ਹੋਰ ਬਥੇਰਾ ਕੁਛ ਜੋ ਕਹਿੰਦੇ ਰਹੇ ਆ ਉਹ। ਅਤੇ ਜੇ ਉਹ ਕਿਸਾਨ ਨਹੀਂ ਹੈਗੇ ਤਾਂ ਤੁਹਾਨੂੰ ਵੋਟਾਂ ਪਾਉਣ ਵਾਲੇ ਕੌਣ ਸੀਗੇ? ਉਹੀ ਲੋਕ ਨੇ ਜਿਹੜੇ ਅੱਜ ਖੜ੍ਹੇ ਨੇ ਤੁਹਾਡਾ ਵਿਰੋਧ ਕਰ ਰਹੇ ਨੇ, ਉਹਨਾਂ ਨੇ ਵੋਟਾਂ ਪਾਈਆਂ, ਅਤੇ ਫਿਰ ਤੁਸੀਂ ਕਾਮਰੇਡਾਂ ਦੀ ਵੋਟਾਂ ਨਾਲ ਜਿੱਤੇ ਹੋ ਜਾਂ ਮਾਓਵਾਦੀ ਦੀਆਂ ਵੋਟਾਂ ਨਾਲ ਜਿੱਤੇ ਹੋ। ਇਹ ਜਵਾਬ ਦੇਣਾ ਚਾਹੀਦਾ, ਹੁਣ ਆ ਕੇ ਸਾਹਮਣੇ ਖੜ੍ਹਨਾ ਚਾਹੀਦਾ। ਜਦੋਂ ਮੰਚ ਪੱਟ ਕੇ ਰੱਖਤਾ ਉਹਨਾਂ ਨੇ, ਅਤੇ ਤੁਸੀਂ ਦੇਖਿਆ ਪਿਛਲੇ ਦਿਨ ਇੱਕ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਸੀ ਵੀਡੀਓ, ਦੇ ਵਿੱਚ ਦਿਖਾ ਰਹੇ ਸੀ ਕਿ ਟਰੱਕਾਂ ਨੂੰ ਹਰਿਆਣਾ ਦੇ ਵਿੱਚ ਪ੍ਰਸ਼ਾਸਨ ਵੱਲੋਂ ਰੋਕਿਆ ਗਿਆ, ਉਹਨਾਂ ਦੀਆਂ ਚਾਬੀਆਂ ਕੱਢ ਲਈਆਂ ਗਈਆਂ। ਅਤੇ ਜਿਹੜੇ ਟਰੱਕ ਡਰਾਈਵਰ ਸੀ ਜਦੋਂ ਚਾਬੀਆਂ ਮੰਗਣ ਲੱਗੇ ਤਾਂ ਉਹਨੂੰ ਕਹਿੰਦੇ ਜਾ ਕੇ ਕਿਸਾਨਾਂ ਕੋਲੋਂ ਲਓ, ਕਿਸਾਨਾਂ ਨੇ ਕੱਢ ਰੱਖੀਆਂ ਚਾਬੀਆਂ। ਅਤੇ ਉਹ ਜਦੋਂ ਕਿਸਾਨਾਂ ਦੇ ਕੋਲ ਗਏ, ਕਿਸਾਨ ਉਹ ਕਹਿੰਦੇ, ਪਹਿਲਾਂ ਉਹਨਾਂ ਨੇ ਵੀਡੀਓ ਵਾਇਰਲ ਕਰਤੀ ਕਿ ਅਸੀਂ ਉਰੇ ਖੜ੍ਹੇ ਹਾਂ, ਸਾਡੀ ਪ੍ਰਸ਼ਾਸਨ ਨੇ ਸਾਡੀਆਂ ਚਾਬੀਆਂ ਮੰਗੀਆਂ, ਸਾਡੇ ਥੱਪੜ ਵੀ ਮਾਰੇ, ਅਤੇ ਉਲਟਾ ਕਹਿੰਦੇ ਕਿਸਾਨਾਂ ਦਾ ਨਾਂ ਲਾ ਰਹੇ ਨੇ। ਉਹ ਡਰਾਈਵਰ ਕਹਿੰਦੇ ਕਿ ਕਿਸਾਨਾਂ ਦਾ ਨਾਂ ਲਾ ਰਹੇ, ਕਿਸਾਨਾਂ ਨੂੰ ਮਤਲਬ ਬਦਨਾਮ ਕਰਨ ਦੀ ਕੋਸ਼ਿਸ਼। ਹਾਂ, ਉਹ ਕਿਸਾਨਾਂ ਕੋਲ ਚਲੇ ਗਏ, ਕਿਸਾਨ ਕਹਿੰਦੇ ਭਾਈ ਸਾਡੇ ਕੋਲ ਆਓ, ਖਾਣਾ ਚੱਕੋ, ਉਰੇ ਰਹੋ,
ਜਦੋਂ ਤੱਕ ਤੁਹਾਡੀਆਂ ਚਾਬੀਆਂ ਨਹੀਂ ਮਿਲਦੀਆਂ। ਜਾਂ ਸਾਡੇ ਚੋਂ ਇਹੋ ਜਿਹਾ ਬੰਦਾ ਦੱਸੋ ਕਿਹੜਾ ਸੀ ਜਿਹੜਾ ਤੁਸੀਂ ਪਛਾਣ ਕਰ ਲਓ, ਕਹਿੰਦੇ ਤੁਸੀਂ ਨਹੀਂ ਸੀਗੇ। ਬਿਲਕੁਲ ਉਹ ਮਤਲਬ ਸ਼ਰੇਆਮ ਵੀਡੀਓ ਬਣਾ ਕੇ ਪਾ ਰਹੇ ਨੇ। ਤਾਂ ਇਸ ਹੱਦ ਤੱਕ ਮਤਲਬ ਕਹਿ ਲਓ ਕਿ ਉਤਰ ਆਈ ਹੈ ਸਰਕਾਰ, ਉਹ ਬਦਨਾਮ ਕਰਨ ਦੀ ਹਰ ਨੀਚ ਹਰਕਤ ਕਰ ਰਹੀ ਹੈ, ਆਪਾਂ ਇਹ ਕਹਿ ਸਕਦੇ ਹਾਂ। ਤੇ ਥਾਂ ਥਾਂ ਤੇ ਜਿਹੜਾ ਹੈਗਾ ਬੀਜੇਪੀ ਦਾ ਵਿਰੋਧ ਵੀ ਹੋ ਰਿਹਾ ਹੈ। ਪੰਜਾਬ ਦੇ ਵਿੱਚ ਵੀ ਤਸਵੀਰਾਂ ਸਾਹਮਣੇ ਆਈਆਂ, ਤੁਸੀਂ ਦੇਖਿਆ ਕਿ ਪੁਲਿਸ ਜਿਹੜੀ ਹੈ ਭਾਵੇਂ ਕਿਸਾਨਾਂ ਨੂੰ ਰੋਕਦੀ ਹੈ, ਪਰ ਉਹ ਪ੍ਰਦਰਸ਼ਨ ਜਿਹੜਾ ਹੋਰ ਵੀ ਜਿਹੜਾ ਵੱਧਦਾ ਹੀ ਜਾ ਰਿਹਾ। ਜਿਵੇਂ ਇਹਨਾਂ ਦੇ ਜਿਹੜੇ ਬੀਜੇਪੀ ਦੇ ਇੱਕ ਆਗੂ ਨੇ ਪੰਜਾਬ 'ਚ ਸਪੋਕਸਪਰਸਨ ਸੁਖਪਾਲ ਸਰਾ, ਉਹਨਾਂ ਨੇ ਜ਼ਫਰਨਾਮੇ ਦੇ ਨਾਲ ਗੱਲਬਾਤ ਕਰਦੇ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਤੁਲਨਾ, ਇਸ ਤਰੀਕੇ ਦੇ ਨਾਲ ਬੋਲਣਾ, ਬਿਆਨਬਾਜ਼ੀ, ਫਿਰ ਇਹ ਕਹਿੰਦੇ ਨੇ ਸਾਡਾ ਵਿਰੋਧ ਨਾ ਕਰੋ। ਫਿਰ ਵਿਰੋਧ ਤਾਂ ਹੋਣਾ ਹੀ ਹੈ। ਨਹੀਂ, ਵਿਰੋਧ ਆਪਣੇ ਆਪ ਦੇਖੋ ਭੜਕਾ ਰਹੇ ਨੇ, ਇਹ ਲੋਕਾਂ ਨੂੰ ਆਪਣੇ ਆਪ ਭੜਕਾ ਰਹੇ ਨੇ। ਐਡਾ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਬਿਆਨਬਾਜ਼ੀ ਦਿੰਦੇ ਨੇ, ਪਹਿਲਾਂ ਵੀ ਬਿਆਨਬਾਜ਼ੀ ਇਹਨਾਂ ਦੇ ਕੋਈ ਵੀ ਬਿਆਨ ਚੱਕ ਲਓ, ਬੀਜੇਪੀ ਦੇ, ਚਾਹੇ ਪੰਜਾਬ ਦੇ ਆਗੂਆਂ ਦੇ ਚੱਕ ਲਓ, ਚਾਹੇ ਸੈਂਟਰ ਦੇ ਆਗੂਆਂ ਦੇ ਚੱਕ ਲਓ, ਜਾਂ ਇਹਨਾਂ ਦੇ ਹਰਿਆਣਾ ਦੇ ਆਗੂਆਂ ਦੇ ਚੱਕ ਲਓ, ਠੀਕ ਹੈ, ਜਾਂ ਇਹਨਾਂ ਦੇ ਹਮਾਇਤੀਆਂ ਦੇ ਚੱਕ ਲਓ, ਉਹਨਾਂ ਦੇ ਵਿੱਚ ਕੋਈ ਨਾ ਕੋਈ ਇਸ ਤਰ੍ਹਾਂ ਦਾ ਲਫ਼ਜ਼, ਇਸ ਤਰ੍ਹਾਂ ਦੀ ਸ਼ਬਦਾਵਲੀ ਮਿਲ ਜਾਂਦੀ ਹੈ ਜਿਹੜੀ ਲੋਕਾਂ ਨੂੰ ਭੜਕਾਉਣ ਵਾਸਤੇ ਹੁੰਦੀ ਹੈ। ਗੱਲ ਤਾਂ ਇੰਨੀ ਕਿ ਇਹਨਾਂ ਨੂੰ ਪੁੱਛਣਾ ਇਹ ਚਾਹੀਦਾ ਕਿ ਜਿਹੜੇ ਤੁਹਾਡੇ ਪੱਖ ਦੀ ਗੱਲ ਕਰ ਰਹੇ ਨੇ ਸਿਰਫ ਉਹੀ ਠੀਕ ਨੇ ਲੋਕ, ਬਾਕੀ ਸਾਰੇ ਕੱਟੜਵਾਦੀ ਨੇ, ਬਾਕੀ ਸਾਰੇ ਵਿਰੋਧੀ ਨੇ, ਮਾਓਵਾਦੀ ਨੇ, ਨਕਸਲਵਾਦੀ ਨੇ, ਖਾਲਿਸਤਾਨੀ ਨੇ ਜੀ, ਠੀਕ ਹੈ ਜੀ। ਤੇ ਇੰਨੇ ਲੋਕ ਇਕੱਠੇ ਹੋਏ ਬੈਠੇ ਨੇ, ਪੰਜਾਬ ਹਰਿਆਣਾ ਦੇ ਲੋਕ ਬੈਠੇ ਨੇ। ਜੇ ਇੰਨੀਆਂ ਵੋਟਾਂ ਤੁਹਾਡੇ ਅਗੇਂਸਟ ਨੇ, ਤੁਸੀਂ ਜਿੱਤ ਕਿਵੇਂ ਜਾਂਦੇ ਹੋ? ਬਿਲਕੁਲ। ਜੇ ਤੁਹਾਡੇ ਲੋਕ ਇੰਨੇ ਵਿਰੁੱਧ ਨੇ, ਸਾਰੇ ਮਾਓਵਾਦੀ ਨੇ ਜਾਂ ਨਕਸਲਾਈਟ ਨੇ ਜਾਂ ਖਾਲਿਸਤਾਨੀ ਨੇ ਜਾਂ ਹੋਰ ਵਿਰੋਧੀ ਪਾਰਟੀਆਂ ਦੇ ਬੰਦੇ ਨੇ, ਫਿਰ ਤੁਹਾਨੂੰ ਵੋਟ ਕਿੱਥੋਂ ਕੌਣ ਪਾਉਂਦਾ ਬਈ? ਬਿਲਕੁਲ। ਐਡੇ ਐਡੇ ਲੱਖਾਂ ਲੋਕ ਇਕੱਠੇ ਹੋ ਕੇ ਆ ਜਾਂਦੇ ਨੇ। ਗੱਲ ਕੁਛ ਨਹੀਂ, ਮਤਲਬ ਕਹਿਣ ਦਾ ਭਾਵ ਇਹ ਹੈ, ਇਹ ਆਪਣੀ ਚਮੜੀ ਬਚਾਉਣ ਲਈ ਹੁਣ ਭੱਜੇ ਫਿਰਦੇ ਨੇ। ਇਹ ਕਿਸੇ ਵੀ ਜਿਵੇਂ ਸੋਸ਼ਲ ਮੀਡੀਆ ਤੇ ਆਪਾਂ ਗੱਲ ਕਰਦੇ ਹਾਂ ਕਿ ਕੋਈ ਵੀ ਰਾਹ ਅਖਤਿਆਰ ਕਰ ਸਕਦੇ ਨੇ ਸੰਘਰਸ਼ ਨੂੰ ਦਬਾਉਣ ਦੇ ਲਈ। ਬਿਲਕੁਲ। ਇਹ ਇਸੇ ਵਿਚਾਲੇ ਤੁਸੀਂ ਰਾਹ ਦੀ ਗੱਲ ਕਰ ਰਹੇ ਹੋ, ਮੈਂ ਗੱਲ ਜੋੜਦਾ ਕਿ ਜਥੇਦਾਰ ਸਾਹਿਬ ਦੇ ਬਿਆਨ ਨੂੰ ਕਿੱਦਾਂ ਦੇਖਦੇ ਹੋ? ਪਹਿਲਾਂ ਤਾਂ ਜਥੇਦਾਰ ਸਾਹਿਬ ਕਿਸਾਨਾਂ ਦੀ ਹਮਾਇਤ ਲਗਾਤਾਰ ਕਰਦੇ ਆ ਰਹੇ ਸੀ, ਹੁਣ ਇਹ ਹੋ ਰਿਹਾ ਸੀ ਕਿ ਸ਼ਾਇਦ ਜਥੇਦਾਰ ਸਾਹਿਬ ਨੂੰ ਅੱਗੇ ਲਿਆ ਕੇ ਬੀਜੇਪੀ ਜਿਹੜੀ ਹੈ ਪਿੱਛੋਂ ਕੋਈ ਗੇਮ ਖੇਡ ਸਕਦੀ ਹੈ, ਵਿਚੋਲੇ ਵਿੱਚ ਪਾ ਕੇ, ਜਿਵੇਂ ਬਾਬਾ ਲੱਖਾ ਸਿੰਘ ਨੂੰ ਲਿਆਂਦਾ। ਜਥੇਦਾਰ ਸਾਹਿਬ ਦਾ ਬਿਆਨ ਵੀ ਕਲੀਅਰ ਹੋ ਗਿਆ, ਕਿੱਦਾਂ ਮੰਨਦੇ ਹੋ ਕਿ ਠੀਕ ਹੈ ਇਹ ਬਿਆਨ? ਪਹਿਲੀ ਗੱਲ ਤਾਂ ਹੈਗਾ ਜਿਹੜਾ ਲੱਖਾ ਸਿੰਘ ਦਾ ਵਿਚੋਲੇਪਣ ਦਾ ਇੱਕ ਰੋਲ ਨਿਭਾਉਣ ਦਾ ਫੈਸਲਾ ਸੀਗਾ, ਉਹਦਾ ਆਪਣੀ ਜਿਹੜੀ ਉਹਨਾਂ ਦੀ ਆਪਣੀ ਸੰਪਰਦਾ ਹੈ ਉਹਦੇ ਵਿੱਚ ਹੀ ਵਿਰੋਧ ਹੋ ਗਿਆ। ਜਿਹੜੇ ਉਹਨਾਂ ਦੇ ਬੰਦੇ ਸੀਗੇ ਨਾਲ, ਉਹਨਾਂ ਦੇ ਦੂਜੇ ਮੁਖੀ ਜਾਂ ਦੂਜੇ ਨੰਬਰ ਦੇ ਬੰਦੇ ਸੀਗੇ ਜੋ ਉਹਨਾਂ ਦੇ ਆਗੂ ਹੁੰਦੇ ਨੇ ਜਾਂ ਸੰਤ ਹੁੰਦੇ ਨੇ, ਉਹਨਾਂ ਨੇ ਵਿਰੋਧ ਕਰਤਾ ਉਹਦਾ ਵੀ ਇਹ ਅਸੀਂ ਕਿਸਾਨਾਂ ਦੇ ਨਾਲ ਆ, ਇੱਦਾਂ ਦੀ ਵਿਚੋਲਾਪਣ ਨਿਭਾਉਣ ਨਾਲੋਂ ਮਰਨਾ ਚੰਗਾ ਆ। ਤਾਂ ਉਹ ਇਸ ਗੱਲ ਤੇ ਹੁਣ ਉਹ ਦੇਖੋ, ਹੁਣ ਸੰਪਰਦਾ ਦੇ ਅੰਦਰ ਵੀ ਪਾੜਾ ਪਾਤਾ ਇਹਨਾਂ ਨੇ। ਬੀਜੇਪੀ ਦਾ ਕੰਮ ਬੋਲਦਾ ਹੈ, ਆਹ ਪਾੜਾ ਪਾਉਣ ਵਾਲਾ ਕੰਮ, ਜਿੱਥੇ ਜਾਂਦੇ ਨੇ ਪਾੜਾ ਪਾ ਦਿੰਦੇ ਨੇ। ਇਹ ਇਸੇ ਆਧਾਰ ਤੇ ਵੋਟ ਲੈ ਜਾਂਦੇ ਨੇ, ਚਾਹੇ ਧਰਮ ਹੈ ਚਾਹੇ ਕੋਈ ਹੋਵੇ। ਹੁਣ ਦੂਜੇ ਪਾਸੇ ਆਪਾਂ ਗੱਲ ਕਰਦੇ ਹਾਂ, ਜੇ ਜਥੇਦਾਰ ਸਾਹਿਬ ਦੀ ਗੱਲ ਕਰੀਏ ਤਾਂ ਜਥੇਦਾਰ ਸਾਹਿਬ ਨੇ ਤਾਂ ਪੱਲਾ ਤਾਂ ਝਾੜ ਲਿਆ, ਇੱਕ ਪਾਸੇ ਬਿਆਨ ਦੇ, ਪਰ ਇਸ ਅਹੁਦੇ ਤੇ ਬੈਠ ਕੇ ਉਹਨਾਂ ਨੇ ਇਹ ਗੱਲ ਕੀਤੀ ਤੇ ਮੇਰੇ ਖਿਆਲ ਨਾਲ ਇਹ ਮੰਦਭਾਗੀ ਗੱਲ ਹੈ। ਜੇ ਇਹ ਗੱਲ ਕਰਤੀ ਉਹਨਾਂ ਨੇ ਕਹਿਤਾ ਕਿ ਕਿਸਾਨਾਂ ਦਾ ਤੇ ਸਰਕਾਰ ਦਾ ਮਸਲਾ ਆਪਸ ਵਿੱਚ ਦੋਨੋਂ ਹੱਲ ਕਰਨ, ਤੇ ਉਹ ਆਪ ਕੀ ਕਰਦੇ ਨੇ, ਸ਼ਰੇਆਮ ਜਵਾਬ ਦਿੰਦੇ ਸਰਕਾਰ ਨੂੰ ਕਿ ਸਰਕਾਰ ਦੇ ਪੱਖ ਦੀ ਮੈਂ ਕਿਉਂ ਗੱਲ ਕਰਾਂ, ਮੈਂ ਕਿਸਾਨਾਂ ਦੇ ਨਾਲ ਹਾਂ, ਕਿਸਾਨ ਆਪਣੇ ਹੱਕ ਦੀ ਗੱਲ ਕਰ ਰਹੇ ਨੇ। ਤੇ ਸਿੱਖ ਧਰਮ ਦੇ ਤੁਸੀਂ ਸਰਮੌਰ ਅਹੁਦੇ ਤੇ ਬੈਠੇ ਹੋ। ਨਹੀਂ, ਉਹ ਤਾਂ ਕਰਦੇ ਆਏ ਨੇ ਨਾ। ਜਥੇਦਾਰ ਸਾਹਿਬ ਦੇ ਅੱਗੇ ਵੀ ਬਿਆਨ ਲੱਗਦੇ ਨੇ ਕਿ ਖੇਤੀ ਕਾਨੂੰਨਾਂ ਨੂੰ ਸਰਕਾਰ ਨੂੰ ਰੱਦ ਕਰ ਦੇਣਾ ਚਾਹੀਦਾ, ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ। ਉਹ ਤਾਂ ਲਗਾਤਾਰ ਕਹਿੰਦੇ ਨੇ। ਗੱਲ ਤਾਂ ਵਿਚੋਲਗੀ ਦੀ ਹੈ ਨਾ, ਜੇ ਵਿੱਚ ਪਾਉਣ ਦੀ ਕੋਸ਼ਿਸ਼ ਤਾਂ ਉਹਨਾਂ ਨੇ ਕਿਹਾ ਕਿ ਮਸਲਾ ਸਰਕਾਰ ਤੇ ਕਿਸਾਨਾਂ ਦਾ ਆਪਸ ਦੇ ਵਿੱਚ, ਕਿਉਂਕਿ ਕਾਨੂੰਨ ਸਰਕਾਰ ਨੇ ਬਣਾਇਆ, ਰੱਦ ਵੀ ਸਰਕਾਰ ਨੇ ਕਰਨਾ, ਇਸ ਕਰਕੇ ਉਹ ਆਪਸ 'ਚ ਨਿਬੇੜ ਲੈਣ, ਸਾਨੂੰ ਵਿੱਚ ਨਾ ਪਾਉਣ। ਗੱਲ ਉਹ ਨਹੀਂ ਹੈ ਕਿ ਕਿਉਂ ਨਾ ਪਾਉਣ ਵਿੱਚ, ਉਹ ਕਹਿਣ ਸਿੱਧਾ ਕਿ ਮੈਂ ਤਾਂ ਕਿਸਾਨਾਂ ਦੇ ਪੱਖ 'ਚ ਖੜਾ। ਉਹਨਾਂ ਨੂੰ ਇਹ ਵਿਚੋਲਗਰੀ ਦੇ ਤੇ ਸਾਫ਼ ਨਾ, ਵਿਚੋਲਗਰੀ ਦਾ ਮਤਲਬ ਕੀ ਆ? ਉਹ ਤਾਂ ਕਹਿੰਦੇ ਮੈਂ ਵਿਚੋਲਾ ਥੋੜ੍ਹੀ ਬਣਨਾ, ਮੈਂ ਤਾਂ ਇੱਕ ਧਿਰ ਹਾਂ, ਮੈਂ ਤਾਂ ਕਿਸਾਨਾਂ ਦੇ ਨਾਲ ਹਾਂ। ਕਿਸਾਨ ਆਪਣੇ ਹੱਕ ਦੀ ਮੰਗ ਕਰਦੇ ਨੇ, ਇਨਸਾਫ ਦੀ ਮੰਗ ਕਰਦੇ ਨੇ, ਇਨਸਾਫ ਦੀ ਗੱਲ ਕਰਨੀ ਹੈ। ਮੈਂ ਇਸ ਵਕਤ ਇਸ ਤਰ੍ਹਾਂ ਦੇ ਅਹੁਦੇ ਤੇ ਜਾਂ ਇਸ ਤਰ੍ਹਾਂ ਦੀ ਸੀਟ ਤੇ ਬੈਠਾ ਕਿ ਮੈਂ ਨਿਆਂ ਦੀ ਗੱਲ ਕਰ ਸਕਦਾ, ਤੇ ਨਿਆਂ ਕਿਸਾਨਾਂ ਦੇ ਨਾਲ। ਇਹ ਗੱਲ ਕਹਿਣੀ ਕਿ ਕਿਸਾਨਾਂ ਦਾ ਤੇ ਸਰਕਾਰ ਦਾ ਮਸਲਾ ਹੈ, ਆਪੇ ਨਜਿੱਠਣ, ਇਹ ਗੱਲ ਮਾੜੀ ਆ। ਉਹ ਸਿੱਧੀ ਗੱਲ ਕਰਦੇ ਕਿ ਮੈਂ ਵਿਚੋਲਾ ਨਹੀਂ ਬਣਨਾ, ਮੈਂ ਤਾਂ ਧਿਰ 'ਚ ਖੜਾ ਹਾਂ। ਮੈਂ ਵਿਚੋਲਾ ਕਿਵੇਂ ਬਣ ਸਕਦਾ? ਮੈਂ ਨਹੀਂ ਬਣਦਾ ਤੁਹਾਡਾ ਵਿਚੋਲਾ, ਮੈਂ ਕਿਸਾਨਾਂ ਦੇ ਨਾਲ ਹਾਂ, ਕਿਸਾਨਾਂ ਦੇ ਹੱਕ ਦੀ ਗੱਲ ਕਰਦਾ। ਸਰਕਾਰ ਨੂੰ ਚਾਹੀਦਾ, ਬਕਾਇਦਾ ਤੌਰ ਤੇ ਠੋਕ ਕੇ ਕਹਿੰਦੇ ਕਿ ਸਰਕਾਰ ਨੂੰ ਚਾਹੀਦਾ ਕਾਨੂੰਨ ਰੱਦ ਕਰੇ। ਜਿਹੜੇ ਲੱਖਾਂ ਲੋਕ ਉੱਥੇ ਬੈਠੇ ਵਿਰੋਧ ਕਰ ਰਹੇ ਨੇ, ਕਿਹਦੇ ਪੱਖ ਦੀ ਗੱਲ ਕਰਦੇ ਆ ਉਹ? ਤੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ, ਇਹ ਆਪਣਾ ਕਹਿ ਸਕਦਾ ਕਿ ਅਸੀਂ ਜਿਹੜਾ ਨੰਗਾ ਹੁੰਦਾ ਹੈ ਇਹਨਾਂ ਲੋਕਾਂ ਦਾ, ਧਰਮ ਦੇ ਨਾਂ 'ਤੇ ਖੇਡਿਆ ਜਾਂਦਾ ਇੱਕ ਤਰ੍ਹਾਂ ਦਾ। ਇਹ ਜਦੋਂ ਇਨਸਾਫ ਕੋਈ ਵੀ ਹੋ ਸਕਦਾ, ਕਿਸੇ ਲਈ ਵੀ ਹੋ ਸਕਦਾ,
ਤੁਸੀਂ ਇੱਕ ਨਿਰਪੱਖ ਸੋਚ ਦੇ ਬੰਦੇ ਬੈਠੇ ਆ ਉੱਥੇ, ਨਿਰਪੱਖ ਫੈਸਲੇ ਲੈਣ ਵਾਲੇ ਬੰਦੇ ਬੈਠਣਾ ਚਾਹੀਦਾ ਉੱਥੇ। ਇਨਸਾਫ ਮੰਗਣ ਕੋਈ ਵੀ ਆਇਆ ਗੁਰੂ ਕੇ ਘਰ ਤਾਂ ਉਹਨੂੰ ਤਾਂ ਇਨਸਾਫ ਚਾਹੀਦਾ। ਸਰਕਾਰਾਂ ਨਾਲ ਮੱਥਾ ਤਾਂ ਲੱਗਦਾ ਆ ਹੁਣ ਤੱਕ, ਸਿੱਖ ਧਰਮ ਨੇ ਤਾਂ ਹੁਣ ਤੱਕ ਸਰਕਾਰਾਂ ਨਾਲ ਹੀ ਮੱਥਾ ਲਾਇਆ। ਤੇ ਆਪ ਇਹ ਕਹਿੰਦੇ ਸਰਕਾਰ ਦਾ ਮਸਲਾ ਉਹ ਦੇਖਣ ਜਾਂ ਕਿਸਾਨ ਦੇਖਣ, ਆਪਸੀ ਮਸਲਾ ਇਹ ਨਹੀਂ ਗੱਲ ਬਣਦੀ। ਸਿੱਧਾ ਕਹਿਣਾ ਚਾਹੀਦਾ ਸੀਗਾ। ਔਰ ਬਾਬਾ ਲੱਖਾ ਸਿੰਘ ਦਾ ਵਿਰੋਧ ਹੋ ਹੀ ਰਿਹਾ ਹੁਣ, ਜੇ ਇੱਕ ਪਾਸੇ ਨਹੀਂ ਕਰਨਗੇ ਤਾਂ ਜਥੇਦਾਰ ਸਾਹਿਬ ਦਾ ਵਿਰੋਧ ਹੋ ਜਾਣਾ। ਬਿਲਕੁਲ ਬਿਲਕੁਲ। ਹਰਿਆਣਾ ਦੇ ਵਿੱਚ ਸਥਿਤੀ ਨੂੰ ਕਿੱਦਾਂ ਦੇਖਦੇ ਹੋ? ਹਰਿਆਣਾ 'ਚ ਅਭੈ ਸਿੰਘ ਚੌਟਾਲਾ ਕਹਿੰਦੇ ਨੇ ਕਿ ਜੇ 26 ਜਨਵਰੀ ਨੂੰ ਹੱਲ ਨਹੀਂ ਹੁੰਦਾ, 27 ਤਰੀਕ ਨੂੰ ਮੇਰਾ ਅਸਤੀਫਾ ਜਿਹੜਾ ਉਹ ਮੈਂ ਵਿਧਾਇਕ ਦੀ ਜਿਹੜੀ ਉਹਨਾਂ ਕੋਲੇ ਪੋਸਟ ਹੈ ਉਹਦੇ ਉੱਤੋਂ, ਜਿਹੜੇ ਵਿਧਾਇਕ ਬਣੇ ਹੋਏ ਨੇ ਐਮਐਲਏ ਹਰਿਆਣਾ ਦੇ ਵਿੱਚ, ਉੱਥੋਂ ਕਹਿੰਦੇ ਮੈਂ ਦੇ ਦੇਣਾ। ਇਸ ਨੂੰ ਕਿੱਦਾਂ ਦੇਖਦੇ? ਦੂਜੇ ਪਾਸੇ ਉਸੇ ਪਰਿਵਾਰ 'ਚੋਂ ਦੁਸ਼ਯੰਤ ਚੌਟਾਲਾ ਜਿਹੜੇ ਉਪ ਮੁੱਖ ਮੰਤਰੀ ਨੇ, ਅਲੱਗ ਪਾਰਟੀ ਚਲਾ ਰਹੇ ਨੇ, ਉਹਨਾਂ ਦਾ ਕੋਈ ਵੀ ਸਟੈਂਡ ਜਿਹੜਾ ਜਿਵੇਂ ਕਹਿੰਦੇ ਕਿ ਸਟੈਂਡ ਲੈ ਲਿਆ ਕਿ ਮੈਂ ਇਹ ਕੰਮ ਕਰ ਦੇਣਾ, ਸਰਕਾਰ ਜਿਹੜੀ ਉਹ ਤਾਂ ਹਿੱਲਦੀ ਹੈ, ਪਰ ਉਹ ਸੱਤਾ ਦੇ ਵਿੱਚ ਰਹਿ ਕੇ ਵੀ ਇਹੋ ਜਿਹਾ ਕੁਝ ਨਹੀਂ ਕਹਿ ਰਹੇ। ਚੌਟਾਲਾ ਦੇ, ਅਭੈ ਸਿੰਘ ਚੌਟਾਲਾ ਦੇ ਅਸਤੀਫੇ ਨਾਲ ਕੋਈ ਫਰਕ ਪੈਂਦਾ ਲੱਗਦਾ? ਦੇਖੋ ਉਹ ਐਮਐਲਏ ਨੇ ਉੱਥੇ, ਤੇ ਜਿਹੜੇ ਵਿਰੋਧੀ ਧਿਰ ਹੈ ਉਹਦਾ ਨੇਤਾ ਵੀ ਬਣਾਇਆ ਹੈ ਉਹਨਾਂ ਨੂੰ ਉੱਥੇ। ਉਹਦੇ ਵਿੱਚ ਫਰਕ ਤਾਂ ਕਿਉਂ ਨਹੀਂ ਪੈਂਦਾ ਜਦੋਂ ਵਿਧਾਨ ਸਭਾ ਦੇ ਵਿੱਚ ਇੱਦਾਂ ਦੀ ਕੋਈ ਗੱਲ ਹੁੰਦੀ ਹੈ, ਚਾਹੇ ਉਹ ਪੰਜਾਬ ਦਾ ਕੋਈ ਨੇਤਾ ਹੈ ਜਾਂ ਹਰਿਆਣਾ ਦਾ ਨੇਤਾ ਹੈਗਾ ਕਿਸੇ ਪਾਰਟੀ ਦਾ। ਤਾਂ ਇੱਕ ਗੱਲ ਤਾਂ ਪੱਕੀ ਹੈ ਨਾ ਕਿ ਕਿਸੇ ਨਾ ਕਿਸੇ ਸਟੇਜ 'ਤੇ ਆ ਕੇ ਸਮਝੌਤਾ ਹੀ ਕਹਿ ਲਓ ਕਰਕੇ ਬੰਦਾ ਐਂ ਕਹਿ ਦੇਵੇ ਕਿ ਮੈਂ ਕਿਸਾਨਾਂ ਦੇ ਹੱਕ 'ਚ ਆਪਣੀ ਕੁਰਸੀ ਛੱਡ ਰਿਹਾ, ਤਾਂ ਕਿਤੇ ਨਾ ਕਿਤੇ 1-2% 4% ਇਹ ਗੱਲ ਤਾਂ ਮੰਨਣਯੋਗ ਹੈ ਨਾ ਕਿ ਸੱਚੀ ਮੁੱਚੀ ਨੇ ਕਿਸਾਨਾਂ ਦੇ ਲਈ ਚਲੋ ਯਾਰ ਦੇਰ ਨਾਲ ਕੀਤਾ, ਕਰਤਾ ਦਿੱਤਾ ਕੁਛ, ਅਸਤੀਫਾ ਹੀ ਦੇਤਾ ਬੰਦੇ ਨੇ, ਉਹਦਾ ਫਾਇਦਾ ਹੀ ਹੋਣਾ, ਲੋਕ ਉਹਦਾ ਸਾਥ ਹੀ ਦੇਣਗੇ। ਤੇ ਜਿਹੜਾ ਬੰਦਾ ਇਹਦਾ ਨਾਲ ਭਰਾ ਹੋਣ ਦੇ ਨਾਤੇ ਉਪ ਮੁੱਖ ਮੰਤਰੀ ਬਣਾ ਬੈਠਾ, ਉਹ ਕੁਰਸੀ ਦੇ ਲਾਲਚ 'ਚ ਬੈਠਾ। ਉਹ ਕਹਿੰਦਾ ਜੇ MSP ਖਤਮ ਹੋਈ ਤਾਂ ਅਸੀਂ ਸਰਕਾਰ ਤੋਂ ਹਮਾਇਤ ਲੈ ਲਾਂਗੇ ਵਾਪਸ। ਤੁਸੀਂ ਆਪਣੀ ਸਰਕਾਰ ਤੱਕ MSP ਦੇ ਦੋਗੇ, ਠੀਕ ਹੈ ਨਾ? ਤੁਹਾਡੀ ਕੱਲ੍ਹ ਨੂੰ ਸਰਕਾਰ ਡਿੱਗ ਜੇ, ਜਦੋਂ ਵੋਟਾਂ ਆਉਣੀਆਂ ਨੇ, ਤੁਹਾਡੀ ਸਰਕਾਰ ਡਿੱਗ ਜੇ, ਫਿਰ ਤੁਸੀਂ ਕੀ ਕਰੋਗੇ? ਫਿਰ MSP ਕੌਣ ਦਊਗਾ? ਜਾਂ ਤਾਂ ਜ਼ਿੰਮੇਵਾਰੀ ਲਓ ਤੁਸੀਂ ਕਿ ਅਸੀਂ ਦਿੰਦੇ ਰਹਾਂਗੇ ਭਾਈ, ਹੁਣ ਵੀ ਦੇਵਾਂਗੇ ਜੇ ਇਹ ਵਾਪਸ ਲੈਂਦੇ ਨੇ। ਗੱਲ MSP ਦੀ ਨਹੀਂ, ਗੱਲ ਹੈਗੀ ਹੈ ਹੱਕੀ ਮੰਗਾਂ ਦੀ। ਕਿਸਾਨ ਬੈਠੇ ਨੇ, ਤੁਸੀਂ ਜੇ MSP ਦੀ ਗਰੰਟੀ ਲੈਂਦੇ ਹੋ ਤਾਂ ਕਿਸਾਨਾਂ ਦੇ ਹੱਕੀ ਮੰਗਾਂ ਦੀ ਗੱਲ ਕਿਉਂ ਨਹੀਂ ਕਰਦੇ ਬਈ? ਉਹ ਸਿੱਧਾ ਕਹਿਣਾ ਚਾਹੀਦਾ ਕਿ ਖੱਟਰ ਸਾਹਿਬ ਜਾ ਕੇ ਮੁੱਖ ਮੰਤਰੀ ਨੂੰ, ਉਹਨੂੰ ਪ੍ਰਧਾਨ ਮੰਤਰੀ ਨੂੰ ਮਿਲੋ, ਜਾ ਕੇ ਗੱਲ ਕਰੋ ਉਹਨਾਂ ਨਾਲ, ਨਹੀਂ ਤਾਂ ਅਸੀਂ ਵਾਪਸ ਲੈਣਾ ਇਹਨਾਂ ਨੂੰ ਤੁਹਾਡਾ। ਉਹ ਗੱਲ ਇਹ ਹੈ ਕਿ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਹਾਂ ਕਿ ਕੋਈ ਐਸਾ ਲਾਲਚ ਦੇ ਦਿੱਤਾ ਜਾਂਦਾ ਕਿ ਬੰਦਾ ਚੁੱਪ ਕਰਕੇ ਬਹਿ ਜਾਂਦਾ। ਜਿਵੇਂ ਪੰਜਾਬ ਦੇ ਵਿੱਚ ਜਿਆਣੀ ਹੁਣੀ ਦੇਖ ਲਓ, ਇਹ ਇਹਨਾਂ ਨੇ ਪਹਿਲਾਂ ਰੌਲਾ ਪਾਇਆ ਸੀਗਾ ਤੇ ਹੁਣ ਇਹਨਾਂ ਦਾ ਦੇਖ ਲਓ ਤੁਸੀਂ ਕੀ ਬਿਆਨਬਾਜ਼ੀ ਆ ਰਹੀ ਹੈ। ਤੁਸੀਂ TV ਤੇ ਵੀ ਸੁਣਿਆ ਹੋਊਗਾ, ਤੇ ਇੱਕ ਪ੍ਰਾਈਵੇਟ ਚੈਨਲ ਨੇ ਜਿਹੜਾ ਹੈਗਾ ਉਹਨੇ ਇਹਨਾਂ ਦੀ ਡਿਬੇਟ ਆਪਸ ਵਿੱਚ ਕਿਸਾਨ ਯੂਨੀਅਨ ਦੇ ਆਗੂ ਨਾਲ ਕੀਤੀ ਆ, ਤੇ ਉਹਦੇ ਵਿੱਚ ਬਕਾਇਦਾ ਤੌਰ ਤੇ ਉਹ ਕਹਿ ਰਹੇ ਨੇ ਕਿ ਇਹਨਾਂ ਦਾ ਮਕਸਦ ਹੈਗਾ ਜਿਹੜਾ ਕਿਸਾਨ ਜਥੇਬੰਦੀਆਂ ਦਾ, ਉਹ ਚੋਣਾਂ ਲੜਨਾ ਆ। ਇਹਦੇ ਜਵਾਬ ਦੇ ਵਿੱਚ ਸੁਖਵਿੰਦਰ ਜੀ ਆਪਾਂ ਇਹ ਪੁੱਛਣਾ ਚਾਹੁੰਦੇ ਹਾਂ ਜਾਨੀ ਸਾਹਿਬ ਹੋਰਾਂ ਨੂੰ ਕਿ ਤੁਸੀਂ ਠੇਕਾ ਲਿਆ ਹੈ ਰਾਜਨੀਤੀ ਕਰਨ ਦਾ? ਲੋਕਤੰਤਰ ਆ, ਕੋਈ ਵੀ ਚੋਣ ਲੜ ਸਕਦਾ। ਨਾਲੇ ਜੇ ਤੁਸੀਂ ਮਜ਼ਬੂਤ ਹੋ ਤਾਂ ਤੁਹਾਨੂੰ ਚੁਣੌਤੀ ਕਿਸ ਗੱਲ ਦੀ, ਡਰ ਕਿਸ ਗੱਲ ਦਾ? ਤੁਸੀਂ ਆ ਕੇ ਲੋਕਾਂ ਦੇ ਵਿੱਚ ਜਾਓ ਤਾਂ ਲੋਕ ਆਪੇ ਦੱਸਣਗੇ ਸਹੀ ਕੌਣ ਹੈ ਤੇ ਗਲਤ ਕੌਣ। ਹਾਂ ਬਿਲਕੁਲ। ਨਾਲੇ ਤੁਸੀਂ ਦੱਸੋ ਕਿ ਤੁਸੀਂ ਬਿਨਾਂ ਏਜੰਡਿਆਂ ਤੋਂ ਚੋਣਾਂ ਲੜਦੇ ਆਏ ਹੋ, ਤੁਸੀਂ ਮੁੱਦਿਆਂ ਤੇ ਨਹੀਂ ਚੋਣ ਲੜਦੇ ਹੁੰਦੇ। ਜੇ ਕੋਈ ਪਹਿਲੀ ਤਾਂ ਗੱਲ ਸਾਫ਼ ਹੈ ਕਿ ਕਿਸਾਨ ਯੂਨੀਅਨਾਂ ਕਹਿ ਰਹੀਆਂ ਨੇ ਕਿ ਸਾਡਾ ਕੋਈ ਮਕਸਦ ਹੀ ਨਹੀਂ, ਨਾ ਕੋਈ ਪਾਰਟੀ ਬਣਾਉਣਾ ਨਾ ਚੋਣਾਂ ਲੜਨਾ, ਪਰ ਅਸੀਂ ਇਹ ਗੱਲ ਕਰਦੇ ਹਾਂ ਕਿ ਚੋਣਾਂ ਲੜਨ ਦਾ ਹੱਕ ਹਰੇਕ ਨੂੰ ਆ, ਕੋਈ ਲੜ ਵੀ ਸਕਦਾ। ਤੁਹਾਨੂੰ ਕੀ ਤਕਲੀਫ ਹੁੰਦੀ ਹੈ ਵੀ ਤੁਸੀਂ ਠੇਕਾ ਲਿਆ ਹੋਇਆ ਕਿਸੇ ਨੇ, ਤੁਸੀਂ ਆਪਣੇ ਨਾਲ ਰਜਿਸਟਰੀ ਕਰਾਈ ਹੋਈ ਹੈ ਰਾਜਨੀਤੀ ਦੀ ਜਾਂ ਚੋਣਾਂ ਦੀ, ਵੀ ਕੋਈ ਹੋਰ ਲੜ ਹੀ ਨਹੀਂ ਸਕਦਾ, ਠੀਕ ਹੈ? ਫਿਰ ਉਹ ਤਾੜੀ ਮਾਰ ਕੇ ਹੱਸ ਰਹੇ ਆ ਵੀ ਜਿਆਣੀ ਸਾਹਿਬ ਨੂੰ ਪੁੱਛਣਾ ਚਾਹੀਦਾ ਸੀ, ਉਹ ਐਂਕਰ ਨੂੰ ਵੀ ਪੁੱਛਣਾ ਚਾਹੀਦਾ ਸੀਗਾ, ਉਹ ਆਗੂ ਬੈਠੇ ਸੀ ਕਿਸਾਨ ਯੂਨੀਅਨ ਦੇ, ਉਹਨਾਂ ਨੂੰ ਵੀ ਪੁੱਛਣਾ ਚਾਹੀਦਾ ਸੀ ਕਿ ਤੁਸੀਂ ਤਾੜੀ ਮਾਰ ਕੇ ਹੱਸ ਰਹੇ ਹੋ, ਉਹਨਾਂ ਲਾਸ਼ਾਂ ਤੇ ਹੱਸ ਰਹੇ ਹੋ। ਤੇ ਕਹਿੰਦੇ ਅਸੀਂ ਨਾਲ ਉਹਨਾਂ ਦੀ ਇੱਕ ਹੋਰ ਵਰਡਿੰਗ ਸੀਗੀ, ਤੁਸੀਂ ਸੁਣ ਸਕਦੇ ਹੋ, ਕਹਿੰਦੇ ਮੈਂ ਮਗਰ ਫਿਰ ਰਿਹਾ ਇਹਨਾਂ ਦੇ। ਤੂੰ ਮਗਰ ਤੁਸੀਂ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਉਦੋਂ ਰੂੜੀਆਂ ਤੇ ਜਾ ਕੇ ਖੜ੍ਹ ਜਾਂਦੇ ਹੋ ਤੁਸੀਂ ਲੋਕਾਂ ਕੋਲ, ਉਦੋਂ ਨਹੀਂ ਤੁਹਾਨੂੰ ਯਾਦ ਆਉਂਦਾ ਵੀ ਮੈਂ ਮਗਰ ਫਿਰ ਰਿਹਾ, ਮੈਂ ਕਿਉਂ ਫਿਰਾਂ? ਘਰੇ ਬਹਿ ਜਾ ਕਰੋ, ਉਦੋਂ ਵੀ ਬੈਠ ਜਾ ਕਰੋ ਘਰੇ, ਉਦੋਂ ਤੁਹਾਨੂੰ ਵੋਟਾਂ ਆਪੇ ਪੈ ਜਾਣਗੀਆਂ, ਫਿਰ ਦੇਖਦੇ ਕਿਹੜਾ ਵੋਟਾਂ ਪਾਉਂਦਾ ਤੁਹਾਨੂੰ। ਇਹ ਗੱਲਾਂ ਸਾਰੀਆਂ ਇਹਨਾਂ ਨੂੰ ਸੋਚ ਕੇ ਕਰਨੀਆਂ ਚਾਹੀਦੀਆਂ ਨੇ। ਕਹਿੰਦੇ ਅਸੀਂ ਨਹੀਂ ਕਾਨੂੰਨ ਰੱਦ ਕਰਦੇ, ਕਹਿੰਦਾ ਚਾਹੁੰਦੇ ਕੀ ਨੇ ਕਿਸਾਨ ਯੂਨੀਅਨ? ਹਾਲੇ ਤੱਕ ਉਹਨਾਂ ਨੂੰ ਇਹੀ ਨਹੀਂ ਪਤਾ ਲੱਗ ਕੀ ਚਾਹੁੰਦੀਆਂ ਨੇ। ਉਹ ਤੁਸੀਂ ਆਹੀ ਦੱਸ ਦਿਓ ਕਿ ਤੁਸੀਂ ਕਾਨੂੰਨ ਕਿਉਂ ਨਹੀਂ ਰੱਦ ਕਰਨੇ।
ਬਿਲਕੁਲ ਆਹੀ ਦੱਸ ਦਿਓ, ਟੀਵੀ ਤੇ ਬੈਠੇ ਹੋ, ਸਾਰੀ ਜਨਤਾ ਨੂੰ ਪਤਾ ਲੱਗ ਜਾਏ। ਬਿਲਕੁਲ। ਨਾਲੇ ਇੱਕ ਹੋਰ ਗੱਲ ਕਲੀਅਰ ਹੈ, ਜਦੋਂ ਉਹ ਕਹਿੰਦੇ ਨੇ ਕਿ ਕਿਸਾਨਾਂ ਨੂੰ ਜਿਹੜਾ ਉਹ ਸਿਆਸੀ ਤੌਰ ਤੇ ਜਿਹੜਾ ਇਹ ਚਾਹੁੰਦੇ ਨੇ ਕਿ ਅਸੀਂ ਇਸ ਅੰਦੋਲਨ ਨੂੰ ਹੋਰ ਅੱਗੇ ਵਧਾਈਏ। ਜੇ ਕਿਸਾਨ ਸਿਆਸਤ ਕਰਦੇ ਨੇ ਤਾਂ ਫਿਰ ਮੀਟਿੰਗਾਂ ਕਰਨ ਦੀ ਲੋੜ ਹੀ ਨਹੀਂ, ਫਿਰ ਤੁਸੀਂ ਕਹਿ ਦਿਓ ਕਿ ਅਸੀਂ ਵੀ ਨਹੀਂ ਮੀਟਿੰਗ ਕਰਦੇ। ਜਦੋਂ ਕਿਸਾਨ ਤੁਹਾਡੇ ਨਾਲ ਮੀਟਿੰਗ ਕਰ ਰਹੇ ਨੇ, ਗੱਲਬਾਤ ਕਰ ਰਹੇ ਨੇ, ਉੱਥੇ ਮਸਲੇ ਦਾ ਹੱਲ ਕਰ ਦਿਓ। ਮਸਲੇ ਦਾ ਹੱਲ ਕਰੋਗੇ ਤੇ ਉਹ ਆਟੋਮੈਟਿਕਲੀ ਆਪਣੇ ਆਪਣੇ ਘਰਾਂ 'ਚ ਵਾਪਸ ਚਲੇ ਜਾਣਗੇ। ਸਿਆਸਤ ਦੇ ਵਿੱਚ ਦੇਖੀ ਜਾਊਗੀ। ਜੇ ਤੁਸੀਂ ਸਿਆਸੀ ਤੌਰ ਦੇ ਉੱਤੇ ਤਕੜੇ ਹੋ ਤਾਂ ਉਹ ਤੁਹਾਨੂੰ ਸਹਿਮਾਦੀ ਬਾਜ਼ੀ ਜਿਵੇਂ ਹੁੰਦਾ ਕਿ ਉਹ ਤੁਹਾਨੂੰ ਢਾਹ ਲੈਣਗੇ ਜਾਂ ਤੁਸੀਂ ਉਹਨਾਂ ਨੂੰ ਢਾਲੋਗੇ। ਦੂਜੇ ਪਾਸੇ ਜੇ ਆਪਾਂ ਹੁਣ ਸੁਖਬੀਰ ਸਿੰਘ ਬਾਦਲ ਦਾ ਬਿਆਨ ਦੇਖੀਏ, ਰਾਜੋਆਣਾ ਦੀ ਰਿਹਾਈ ਨੂੰ ਲੈ ਕੇ ਉਹਨਾਂ ਦਾ ਬਿਆਨ ਫੇਰ ਸਾਹਮਣੇ ਆਉਂਦਾ। ਉਹੀ ਮੰਗ ਜਿਹੜੀ ਪਹਿਲਾਂ ਹੁੰਦੀ ਆ, ਹੁਣ ਇਸ ਵੇਲੇ ਇਸ ਸਮੇਂ ਦੌਰਾਨ ਉਸ ਮੁੱਦੇ ਨੂੰ ਚੁੱਕਣਾ ਚਾਹੀਦਾ ਤਾਂ ਇਹ ਸੀ ਕਿ ਕੇਂਦਰ ਸਰਕਾਰ ਨੂੰ ਕਹਿੰਦੇ ਕਿ ਇਸ ਮਸਲੇ ਦਾ ਹੱਲ ਵੀ ਇੱਕ ਪਾਸੇ ਕਰੋ। ਪਰ ਗੱਲ ਕਿਸਾਨੀ ਅੰਦੋਲਨ ਦੀ ਸਭ ਤੋਂ ਪਹਿਲਾਂ ਜਿਹੜਾ ਵੱਡਾ ਮੁੱਦਾ ਹੈ ਉਹਦੇ ਉੱਤੇ ਹੋਣੀ ਚਾਹੀਦੀ ਹੈ। ਰਾਜੋਆਣਾ ਸਾਹਿਬ ਦੀ ਜਿਹੜੀ ਉਹਨਾਂ ਨੂੰ ਜੇਲ੍ਹ ਵਿੱਚੋਂ ਬਾਹਰ ਕੱਢਣਾ ਜਾਂ ਉਹਨਾਂ ਦੀ ਰਿਹਾਈ ਕਰਨ ਤੋਂ ਬਾਅਦ ਜਾਂ ਉਹਨਾਂ ਦੀ ਸਜ਼ਾ ਮਾਫ ਕਰਨ ਦੀ ਗੱਲਾਂ ਕਰਦੇ ਨੇ, ਉਹ ਸਾਰਾ ਕੁਝ ਇਸ ਸਮੇਂ ਦੌਰਾਨ ਇਹੋ ਜਿਹਾ ਬਿਆਨ ਦੇਣਾ ਉਹ ਕਿੱਦਾਂ? ਦੇਖੋ, ਅਕਾਲੀ ਦਲ ਦੇ ਪੈਰ ਨਹੀਂ ਲੱਗ ਰਹੇ ਹਲੇ ਤੱਕ। ਉਹਨਾਂ ਨੇ ਜਦੋਂ ਜਾਂ ਵਿਧਾਨ ਸਭਾ ਚੋਣਾਂ ਹਾਰੀਆਂ ਸੀ ਪਿਛਲੇ ਵਾਰ ਦੀ, ਉਹ ਕੈਪਟਨ ਸਰਕਾਰ ਬਣੀ ਹੈ ਜਦੋਂ, ਤੇ ਉਦੋਂ ਤੋਂ ਬਾਅਦ ਉਹ ਲਗਾਤਾਰ ਆਪਣਾ ਐਂ ਕਹਿ ਲਓ ਕਿ ਰਾਹ ਲੱਭ ਰਹੀ ਹੈ ਜਾਂ ਥਾਂ ਲੱਭ ਰਹੀ ਹੈ ਪੰਜਾਬ ਦੀ ਰਾਜਨੀਤੀ 'ਚ ਮੁੜ ਪੈਰਾਂ ਸਿਰ ਹੋਣ ਵਾਸਤੇ। ਬੇਅਦਬੀ ਮਾਮਲਾ ਹੋਇਆ ਵਿੱਚ ਹੀ, ਇਹਨਾਂ ਨੇ ਜਾ ਕੇ ਜਦੋਂ ਬਿੱਲ ਆਏ ਆ ਤੇ ਬਕਾਇਦਾ ਤੌਰ ਤੇ ਆਪਣੀ ਵਫਾਦਾਰੀ ਨਿਭਾਉਣ ਦੇ ਲਈ ਬੀਜੇਪੀ ਨਾਲ ਜਾਂ ਮੋਦੀ ਨਾਲ ਐ ਕਹਿ ਲਓ, ਤੇ ਇਹਨਾਂ ਨੇ ਪ੍ਰੈਸ ਕਾਨਫਰੰਸਾਂ ਵੀ ਕਰਤੀਆਂ ਬਿੱਲ ਦੇ ਹੱਕ ਦੇ ਵਿੱਚ। ਵੱਡੇ ਬਾਦਲ ਸਾਹਿਬ ਤੋਂ ਵੀ ਚਿੱਠਾ ਫੜਾ ਕੇ ਵੀ ਕਿਸਾਨਾਂ ਦੇ ਹੱਕ 'ਚ ਆ, ਵੀ ਹਰਸਿਮਰਤ ਕੌਰ ਵੀ ਬੋਲ ਗਈ ਵੀ ਕਿਸਾਨਾਂ ਦੇ ਹੱਕ 'ਚ। ਸੁਖਬੀਰ ਉਹ ਤਾਂ ਹੁਣ ਵੀ ਕਹਿ ਰਹੇ ਨੇ, ਹਰਸਿਮਰਤ ਕੌਰ ਬਾਦਲ ਨਵਾਂ ਬਿਆਨ ਜਿਹੜਾ ਆਇਆ ਉਹ ਵੀ ਮੈਂ ਜੋੜ ਦਿੰਦਾ। ਉਹ ਕਹਿੰਦੇ ਵੀ ਮੈਂ ਅਸਤੀਫਾ ਦਿੱਤਾ, ਉਸ ਤੋਂ ਬਾਅਦ ਲੋਕਾਂ ਨੂੰ ਪਤਾ ਲੱਗਿਆ ਕਿ ਕਿਸਾਨਾਂ ਦੇ ਨਾਲ ਧੱਕਾ ਹੋ ਰਿਹਾ, ਇਸ ਕਰਕੇ ਹੋਰ ਜ਼ਿਆਦਾ ਅੰਦੋਲਨ ਨੂੰ ਜਿਹੜਾ ਉਹ ਜ਼ੋਰ ਫੜਿਆ ਅੰਦੋਲਨ। ਮੈਂ ਅਸਤੀਫਾ ਦਿੱਤਾ, ਫੇਰ ਬਣੀ ਗੱਲ। ਹਾਂ, ਉਹ ਮਤਲਬ ਉਹੀ ਭਰਮ ਭੁਲੇਖੇ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ। ਲੋਕਾਂ ਨੂੰ ਬੇਵਕੂਫ ਸਮਝਦੇ ਨੇ ਇਹ। ਅਸਲ ਦੇ ਵਿੱਚ ਜਿਹੜੇ ਰਾਜਨੀਤਿਕ ਬੰਦੇ ਨੇ ਉਹ ਲੋਕਾਂ ਨੂੰ ਬੇਵਕੂਫ ਸਮਝਦੇ ਨੇ। ਹੁਣ ਇਹ ਬੇਵਕੂਫੀ ਹੋਈ ਹੈ, ਇਹਨਾਂ ਦੀ ਆਪਦੀ ਬੇਵਕੂਫੀ ਹੁੰਦੀ ਹੈ ਕਿ ਉਹ ਲੋਕ ਇਹਨਾਂ ਨੂੰ ਜਾਣਦੇ ਨਹੀਂ ਤੇ ਸਭ ਕੁਝ ਜਾਣਦੇ ਆ ਕਦੋਂ ਕੀ ਹੋਇਆ। ਹੁਣ ਜਿਹੜਾ ਬਿਆਨ ਆਇਆ ਰਾਜੋਆਣਾ ਦੇ ਮਾਮਲੇ ਦੇ ਵਿੱਚ, ਇਹ ਕੋਈ ਨਵੀਂ ਗੱਲ ਨਹੀਂ। ਗੱਲ ਸਿਰਫ ਇੰਨੀ ਕਿ ਸਾਡੀ ਕਿਸੇ ਤਰ੍ਹਾਂ ਸਾਨੂੰ ਜ਼ਮੀਨ ਮਿਲ ਜੇ, ਰਾਜਨੀਤਿਕ ਜ਼ਮੀਨ ਮਿਲ ਜੇ, ਕਿਸੇ ਤਰ੍ਹਾਂ ਅਸੀਂ ਪੈਰ ਜਮਾ ਲਈਏ ਆਪਣੇ। ਕੋਈ ਇੱਦਾਂ ਦਾ ਮੁੱਦਾ, ਕੋਈ ਇੱਦਾਂ ਦਾ ਮੌਕਾ ਨਹੀਂ ਛੱਡਣਾ ਚਾਹੁੰਦੇ। ਭਾਵੇਂ ਰਾਜੋਆਣਾ ਦਾ ਮੌਕਾ ਹੀ ਆ, ਉਹਦੇ ਵਿੱਚ ਵੀ ਬਕਾਇਦਾ ਤੌਰ 'ਤੇ ਇਹ ਹੁਣ ਅਪੀਲ ਕਰ ਰਹੇ ਨੇ ਮੋਦੀ ਨੂੰ। ਤੁਸੀਂ ਇੱਕ ਪਾਸੇ ਤਾਂ ਉਹਦੀ ਨਿੰਦਾ ਕਰ ਰਹੇ ਹੋ ਖੜ ਕੇ, ਉਹਨੂੰ ਮਾੜਾ ਕਹਿ ਰਹੇ ਹੋ, ਬੀਜੇਪੀ ਨੂੰ ਮਾੜਾ ਕਹਿ ਰਹੇ ਹੋ, ਮੋਦੀ ਫਲਾਣਾ ਢਿੰਗੜਾ, ਇੱਕ ਪਾਸੇ ਤੁਸੀਂ ਅਪੀਲਾਂ ਕਰਨ ਲੱਗੇ ਹੋ। ਤੁਹਾਡੀ ਕਿਹੜੀ ਗੱਲ ਮੰਨੂਗਾ ਕੋਈ? ਤੇ ਇਹ ਚੀਜ਼ਾਂ ਸਿਰਫ ਲੋਕਾਂ ਨੂੰ ਦਿਖਾਵੇ ਲਈ ਕੀਤੀਆਂ ਜਾ ਰਹੀਆਂ ਨੇ। ਦਿਖਾਵੇ ਦੇ ਵਿੱਚ ਇੱਕ ਹੋਰ ਸਿਆਸਤ ਇਹ ਹੈ ਨਾ ਕਿ ਸੁਖਬੀਰ ਸਿੰਘ ਬਾਦਲ ਕੈਪਟਨ ਅਮਰਿੰਦਰ ਸਿੰਘ ਤੇ ਨਿਸ਼ਾਨਾ ਕੱਸਦੇ ਨੇ ਵੀ ਜਿਹੜਾ ਵਿਧਾਨ ਸਭਾ ਦੇ ਵਿੱਚ ਜੋ ਕੁਝ ਖੇਤੀ ਕਾਨੂੰਨਾਂ ਨੂੰ ਲੈ ਕੇ ਇਹਨਾਂ ਨੇ ਬਾਅਦ ਵਿੱਚ ਬਿੱਲ ਲਿਆਂਦੇ, ਰਾਜਪਾਲ ਤੱਕ ਦਿੱਤੇ, ਉਹਦਾ ਕੀ ਬਣਿਆ? ਕੈਪਟਨ ਸਾਹਿਬ ਕਹਿੰਦੇ ਨੇ ਕਿ ਸੁਖਬੀਰ ਬਾਦਲ ਆਪਣੇ ਦਿਮਾਗ ਦਾ ਇਲਾਜ ਕਰਾਏ। ਇਹ ਸਿਆਸਤ ਉਹੀ ਹੈ ਕਿ ਕਦੇ ਉਹਦੇ ਪਾਲੇ 'ਚ ਗੇਮ, ਕਦੇ ਉਹਦੇ ਪਾਲੇ 'ਚ ਗੇਂਦ ਸੁੱਟ ਦਿੰਦੇ ਨੇ। ਲੋਕਾਂ ਨੂੰ ਵੀ ਨਜ਼ਰ ਹੀ ਆ ਰਿਹਾ, ਲੋਕ ਵੀ ਤਾਂ ਦੇਖ ਹੀ ਰਹੇ ਨੇ, ਕਰ ਕੀ ਰਹੇ ਨੇ। ਭਾਵੇਂ ਉਹ ਆਮ ਆਦਮੀ ਪਾਰਟੀ ਹੋਵੇ, ਦਿੱਲੀ 'ਚ ਕੀ ਕਰ ਰਹੀ ਹੈ, ਇੱਥੇ ਪੰਜਾਬ ਦੇ ਵਿੱਚ ਕੀ ਕਰ ਰਹੀ ਹੈ, ਇਹ ਬੈਠੇ ਕੀ ਕਰ ਰਹੇ ਨੇ। ਹੁਣ ਤੱਕ ਉਹ ਬਿੱਲ ਜਿਹੜੇ ਇਹਨਾਂ ਨੇ ਲਿਆਂਦੇ, ਉਹ ਰਾਜਪਾਲ ਤੱਕ ਇਹੋ ਜਿਹਾ ਪ੍ਰੈਸ਼ਰ ਨਹੀਂ ਬਣਾਇਆ ਗਿਆ ਕਿ ਉਹ ਰਾਸ਼ਟਰਪਤੀ ਤੱਕ ਪਹੁੰਚ ਜਾਂਦੇ। ਉਹ ਉੱਥੇ ਹੀ ਕਿਉਂ ਰੁਕੇ ਹੋਏ ਨੇ? ਹੁਣੇ ਕਹਿੰਦੇ ਨੇ ਕਿ ਅਸੀਂ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਉਸ ਚੀਜ਼ ਨੂੰ ਚੈਲੰਜ ਕਰਨ ਦੇ ਲਈ ਉਹਦੀ ਵੀ ਅਸੀਂ ਤਿਆਰੀ ਕਰ ਲਈ ਹੈ। ਸਰਕਾਰ ਉੱਧਰ ਵੀ ਸੋਚ ਰਹੀ ਹੈ। ਸੋਚ ਉੱਧਰ ਰਹੀ ਹੈ ਕਿ ਕਿਸਾਨੀ ਅੰਦੋਲਨ ਨੂੰ ਲੈ ਕੇ ਸੋਚ ਰਹੀ ਹੈ ਕਿ ਉੱਧਰੋਂ ਕੋਈ ਹੱਲ ਨਿਕਲ ਜੇ, ਸਾਨੂੰ ਕੁਝ ਕਰਨਾ ਨਾ ਪਏ? ਨਹੀਂ ਸੁਖਵਿੰਦਰ ਜੀ, ਇਹ ਦਰਅਸਲ ਕਿਸਾਨੀ ਅੰਦੋਲਨ ਨੇ ਇਹਨਾਂ ਸਾਰਿਆਂ ਪਾਰਟੀਆਂ, ਜੋ ਜਿੰਨੀਆਂ ਵੀ ਪਾਰਟੀਆਂ ਨੇ, ਖਾਸ ਕਰ ਆਪਾਂ ਪੰਜਾਬ ਦੀ ਗੱਲ ਕਰ ਰਹੇ ਹਾਂ ਤਾਂ ਪੰਜਾਬ ਦੇ ਵਿੱਚ ਜਿੰਨੀਆਂ ਵੀ ਪਾਰਟੀਆਂ ਨੇ ਸਾਰੀਆਂ ਦਾ ਲੱਕ ਤੋੜਤਾ। ਇਹਨਾਂ ਨੂੰ ਮੂੰਹ ਦੀ ਖਾਣੀ ਪਈ ਹੈ ਇਸ ਕਿਸਾਨੀ ਅੰਦੋਲਨ ਦੇ ਵਿੱਚ। ਕਿਸੇ ਦੇ ਪੈਰ ਨਹੀਂ ਲੱਗੇ। ਤੁਸੀਂ ਦੇਖਿਆ ਕਾਂਗਰਸੀ ਆਗੂਆਂ ਨੇ, ਦੇਖਿਆ ਹੀ ਹੈ ਤੁਸੀਂ, ਵੱਡੇ ਵੱਡੇ ਬਿਆਨ ਦਿੱਤੇ, ਉੱਥੇ ਜਾ ਕੇ ਬੈਠ ਕੇ ਮੂੰਹ ਬੰਨ ਲਏ, ਕਦੇ ਅੱਖਾਂ ਬੰਨ ਲਈਆਂ, ਕਦੇ ਕਿਸੇ ਨੂੰ ਕੁਛ ਕਹਿ ਤਾ, ਕਦੇ ਕਿਸੇ ਨੂੰ ਕੁਛ ਕਹਿ ਤਾ। ਕਾਂਗਰਸੀ ਆਗੂਆਂ ਨੇ, MPs ਨੇ ਜਿਹੜੇ, ਉਹਨਾਂ ਨੇ। ਤੇ ਉਹ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਵੀ ਬਕਾਇਦਾ ਤੌਰ 'ਤੇ ਵਿਧਾਨ ਸਭਾ 'ਚ ਮਤਾ ਪਾਇਆ। ਹੁਣ ਜਾ ਕੇ ਸੁਪਰੀਮ ਕੋਰਟ ਜਾਣ ਦੀ ਗੱਲ ਕਰਦੇ ਆ। ਇਸੇ ਤਰ੍ਹਾਂ ਅਕਾਲੀ ਦਲ, ਬਾਦਲ ਵੀ ਲਗਾਤਾਰ ਹੁਣ ਮੋਦੀ ਦੇ ਖਿਲਾਫ ਬੋਲ ਕੇ ਲੋਕਾਂ ਨੂੰ ਆਪਣੇ ਝਾਂਸੇ 'ਚ ਲਿਆਉਣ ਦੀ ਕੋਸ਼ਿਸ਼ ਕਰਦੇ ਆ। ਇਹ ਸਭ ਗੱਲਾਂ ਨੇ, ਇਹਨਾਂ ਸਾਰਿਆਂ ਦੀ ਆਪਾਂ ਤੋੜ ਇਹੀ ਕੱਢ ਰਹੇ ਹਾਂ ਕਿ ਇਹਨਾਂ ਨੂੰ ਲੋਕਾਂ ਦਾ ਹਾਲੇ ਹੁਣ ਸਾਥ ਨਹੀਂ ਮਿਲ ਰਿਹਾ ਅੱਜ ਦੀ ਘੜੀ 'ਚ। ਕੱਲ੍ਹ ਨੂੰ ਪਤਾ ਨਹੀਂ ਕੀ ਹੋਣਾ, ਇਹ ਆਪਾਂ ਕੁਛ ਨਹੀਂ ਕਹਿ ਸਕਦੇ। ਰਾਜਨੀਤੀ ਹੁੰਦੀ ਹੈ, ਸਮਾਂ ਬਦਲਦੇ ਦੇਰ ਨਹੀਂ ਲੱਗਦੀ, ਕਿੱਧਰਲੇ ਪਾਸੇ ਨੂੰ ਲੋਕ ਝੁਕ ਜਾਣ। ਤੇ ਉਹ ਹਾਲੇ ਇਹਨਾਂ ਪਾਰਟੀਆਂ ਨੂੰ ਲੋਕ ਕੋਈ ਰਾਹ ਨਹੀਂ ਦੇ ਰਹੇ, ਕੋਈ ਮੂੰਹ ਨਹੀਂ ਲਾ ਰਿਹਾ ਇਹਨਾਂ ਬੰਦਿਆਂ ਨੂੰ, ਕੋਈ ਕਿਸੇ ਨੂੰ ਨਹੀਂ ਮੂੰਹ ਲਾ ਰਿਹਾ। ਆਪਾਂ ਕਹੇ ਕਿ ਸਰਕਾਰ ਦੇ ਬੰਦੇ ਨੇ ਤਾਂ ਸਰਕਾਰ ਨੂੰ, ਲੋਕ ਸਰਕਾਰ ਦੇ ਨਾਲ ਚੱਲ ਰਹੇ ਨੇ, ਉਹ ਵੀ ਨਹੀਂ ਗੱਲ। ਤੇ ਇਹ ਸਿਰਫ ਬਿਆਨਬਾਜ਼ੀ ਕਰਕੇ ਰਾਹ ਹੀ ਲੱਭ ਰਹੇ ਨੇ, ਲੋਕਾਂ ਨੂੰ ਨਾਲ ਲਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਹਾਲੇ ਸਾਰਿਆਂ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਆ, ਚਾਹੇ ਉਹ ਆਮ ਆਦਮੀ ਪਾਰਟੀ ਹੈ, ਚਾਹੇ BSP ਹੈ, ਚਾਹੇ ਅਕਾਲੀ ਦਲ ਹੈ, ਚਾਹੇ BJP ਹੈ ਜਾਂ ਕਾਂਗਰਸ ਹੈ। ਸਾਰਿਆਂ ਨੂੰ ਹਾਲੇ ਹੱਥਾਂ ਪੈਰਾਂ ਦੀ ਪਈ ਹੈ ਵੀ ਆਉਣ ਵਾਲਾ ਸਮਾਂ ਨੇੜੇ ਆ ਰਿਹਾ ਤੇ ਅਸੀਂ ਘਰਾਂ 'ਚ ਬੈਠੇ ਹਾਂ, ਘਰਾਂ ਦੇ ਵਿੱਚ ਹੀ ਬੈਠੇ ਨੇ, ਬਾਹਰ ਕੋਈ ਇਹਨਾਂ ਨੂੰ ਵੜਨ ਨਹੀਂ ਦੇ ਰਿਹਾ।
ਹਾਲੇ ਤੱਕ ਪਿੰਡਾਂ ਵਾਲੇ ਪਾਸੇ ਕੋਈ ਰੁੱਖ ਨਹੀਂ ਕਰ ਰਿਹਾ, ਸ਼ਹਿਰਾਂ ਵਾਲੇ ਪਾਸੇ ਕੋਈ ਰੁੱਖ ਨਹੀਂ ਕਰ ਰਿਹਾ, ਕੋਈ ਚੋਣਾਂ ਦੀ ਗੱਲ ਨਹੀਂ ਕਰ ਰਿਹਾ, ਟਿਕੇ ਬੈਠੇ ਨੇ। ਟਿੱਕੇ ਸਿਰਫ ਐ ਕਹਿ ਰਹੇ ਨੇ ਕਿ ਕਿੱਧਰ ਨੂੰ ਜਾਈਏ, ਅਸੀਂ ਕਿਹੜਾ ਬਿਆਨ ਦੀਏ ਜੋ ਸਾਡੇ ਨਾਲ ਲੱਗ ਜਾਣ ਦੋ। ਚਾਹੀਦਾ ਤਾਂ ਇਹ ਸੀ ਕਿ ਸਾਰੇ ਲੋਕ ਜਾ ਕੇ ਦਿੱਲੀ ਬੈਠਦੇ। ਅੱਜ ਵੀ ਅਸੀਂ ਗੱਲ ਕਰ ਰਹੇ ਹਾਂ, ਪਹਿਲਾਂ ਵੀ ਇਹੀ ਗੱਲ ਕੀਤੀ ਹੈ ਕਿ ਸਰਕਾਰ ਦੇ ਉੱਪਰ ਦਬਾਅ ਬਣਾਉਂਦੇ, ਆਪਣੇ ਨਾਲ ਆਪਣੇ ਸਾਥੀਆਂ ਨੂੰ ਹੋਰ ਸਟੇਟਾਂ ਤੋਂ ਜਿਹੜੇ ਪੋਲੀਟੀਸ਼ੀਅਨ ਨੇ ਉਹਨਾਂ ਨੂੰ ਨਾਲ ਲੈਂਦੇ, ਉੱਥੋਂ ਦੇ MLAs ਨੂੰ MPs ਨੂੰ ਸੱਦਦੇ ਉੱਥੇ ਕਿ ਅਸੀਂ ਬੈਠੇ ਹਾਂ ਭਾਈ, ਤੁਸੀਂ ਵੀ ਆ ਕੇ ਬੈਠੋ ਇੱਥੇ। ਸਰਕਾਰ ਨੂੰ ਕਹਿੰਦੇ ਕਿ ਅਸੀਂ ਸਰਕਾਰਾਂ ਡੇਗ ਰਹੇ ਹਾਂ, ਫਿਰ ਆ ਜਾਓ ਸਟੇਟਾਂ ਦੇ ਵਾਈਜ਼, ਸਟੇਟ ਵਾਈਜ਼ ਸਰਕਾਰਾਂ ਡਿੱਗਣਗੀਆਂ ਹੁਣ, ਆ ਜਾਓ ਫਿਰ ਜੇ ਆਉਣਾ। ਉਹ ਗੱਲਾਂ ਨਹੀਂ ਕਰਦੇ, ਉਹ ਗੱਲਾਂ ਸਰਬ ਪਾਰਟੀ ਮੀਟਿੰਗਾਂ ਸੱਦਦੇ, ਸਰਬ ਪਾਰਟੀ ਨਾਲ ਜਾਂਦੇ, ਇੱਕ ਮੰਚ ਤੇ ਬੈਠਦੇ, ਲੋਕਾਂ ਦੀ ਗੱਲ ਲੜ ਰਹੇ। ਹੁਣ ਮੰਗ ਕੀਤੀ ਜਾ ਰਹੀ ਹੈ, ਕੈਪਟਨ ਸਾਹਿਬ ਨੂੰ ਕਿਹਾ ਜਾ ਰਿਹਾ ਸਰਬ ਪਾਰਟੀ ਮੀਟਿੰਗ ਸੱਦ ਲਓ। ਨਹੀਂ, ਉਹ ਇੱਥੇ ਸੱਦ ਲਓ, ਕੀ ਹੋ ਜਾਊਗਾ? 2-4 ਚਾਹਾਂ ਪੀ ਕੇ 2 ਘੰਟੇ ਬੈਠ ਕੇ ਚਲੇ ਜਾਣਗੇ, ਕੁਛ ਨਹੀਂ ਬਣਦਾ। ਗੱਲ ਸੀ ਕਿ ਇੱਕ ਵਾਰ ਮੀਟਿੰਗ ਸੱਦਦੇ, ਸ਼ੁਰੂਆਤ 'ਚ ਹੀ ਸੱਦਦੇ ਕਿ ਚਲੋ ਉੱਥੇ ਬੈਠਦੇ ਆਪਾਂ, ਬਾਰੀ ਸਿਰ ਬੈਠੋ, ਬੈਠ ਜਾਂਦੇ ਸਾਰੇ। ਹੁਣ ਤੱਕ ਤਾਂ ਧੜਾ ਅਸਤੀਫੇ ਹੋ ਜਾਣੇ ਚਾਹੀਦੇ ਸੀਗੇ, ਠੀਕ ਹੈ, ਕਿੱਥੇ ਤੱਕ ਚਲੀ ਜਾਂਦੀ ਸਰਕਾਰ ਕਰਨ ਨੂੰ, ਠੀਕ ਹੈ ਨਾ। ਉਹ ਗੱਲ ਨਹੀਂ ਕਰਦੇ, ਇਹ ਸਿਰਫ ਆਪਣਾ ਨਾਂ ਚਮਕਾਉਣ ਲਈ ਵਾਰੀ ਸਿਰ। ਹੁਣ ਸਿਮਰਜੀਤ ਬੈਂਸ ਨੇ ਵੀ ਚਿੱਠੀ ਲਿਖੀ ਆ ਵੀ ਸਰਬ ਪਾਰਟੀ ਮੀਟਿੰਗ ਸੱਦ ਲਓ। ਕਰਨਾ ਕੀ ਹੈ? ਸਰਬ ਪਾਰਟੀ ਮੀਟਿੰਗ ਸੱਦ ਕੇ ਸਲਾਹਾਂ ਕਰਨੀਆਂ ਨੇ, ਚਾਹਾਂ ਪੀਣੀਆਂ ਨੇ, ਆਪਣੇ ਘਰੇ ਬੈਠ ਕੇ ਪੀ ਲੈਣ ਸਾਰੇ, ਠੀਕ ਹੈ। ਤੇ ਉਹ ਚੀਜ਼ਾਂ ਸਾਰੀਆਂ ਇੱਦਾਂ ਹੀ ਹੋਣਗੀਆਂ, ਇੱਦਾਂ ਹੀ ਬਿਆਨਬਾਜ਼ੀ ਹੋਈ ਜਾਊਗੀ। ਇਹਨਾਂ ਦਾ ਐਂ ਕਹਿ ਲਓ ਕਿ ਇਹਨਾਂ ਦੇ ਵਿੱਚ ਤੱਤ ਕੋਈ ਨਹੀਂ ਹੈਗਾ ਗੱਲਾਂ ਦੇ ਵਿੱਚ, ਸਿਰਫ ਲੋਕਾਂ ਨੂੰ ਭਰਮਾਉਣ ਦਾ ਯਤਨ ਕਹਿ ਸਕਦੇ। ਤੇ ਜਿਹੜੀ ਕਿਸਾਨਾਂ ਵੱਲੋਂ ਐਮਰਜੈਂਸੀ ਮੀਟਿੰਗ ਸੱਦ ਕੇ ਸੁਪਰੀਮ ਕੋਰਟ ਜਾਣ ਦੀ ਜਿਹੜੀ ਤਿਆਰੀ ਕੀਤੀ ਜਾ ਰਹੀ ਹੈ, ਉੱਥੇ ਜਵਾਬ ਦਿੱਤਾ ਜਾਣਾ ਹੈ। ਕੁਝ ਇੱਕ ਜਥੇਬੰਦੀਆਂ ਇਹੋ ਜਿਹੀਆਂ ਵੀ ਨੇ ਜਿਹੜੀਆਂ ਕਹਿ ਲਓ ਕਿ ਜਿਨ੍ਹਾਂ ਨੂੰ ਕਿਸਾਨ ਕਹਿੰਦੇ ਨੇ ਕਿ ਨਕਲੀ ਜਥੇਬੰਦੀਆਂ ਨੇ, ਜਾ ਕੇ ਉੱਥੇ ਸੁਪਰੀਮ ਕੋਰਟ ਦੇ ਵਿੱਚ ਪੱਖ ਰੱਖ ਦਿੰਦੀਆਂ ਕਿ ਅਸੀਂ ਖੇਤੀ ਕਾਨੂੰਨਾਂ ਦੇ ਹੱਕ ਵਿੱਚ ਆ। ਇਹਨੂੰ ਕਿੱਦਾਂ ਦੇਖਦੇ ਹੋ ਕਿ ਤਿਆਰੀ ਜਿਹੜੀ ਹੈ, ਕੱਲ੍ਹ ਨੂੰ 11 ਤਰੀਕ ਨੂੰ ਜਿਹੜੀ ਸੁਪਰੀਮ ਕੋਰਟ 'ਚ ਸੁਣਵਾਈ ਹੋਣੀ ਹੈ, ਫੈਸਲਾ ਕੋਈ ਇਹੋ ਜਿਹਾ ਵੀ ਆ ਸਕਦਾ ਹੈ ਕਿ 15 ਤਰੀਕ ਤੋਂ ਉਹਦਾ ਇਫੈਕਟ ਪਏ, ਜਾਂ ਉਸ ਤੋਂ ਪਹਿਲਾਂ ਜਿਵੇਂ ਸੁਪਰੀਮ ਕੋਰਟ 'ਚ ਕਿਸੇ ਨੇ ਅਪੀਲ ਪਾਈ ਕਿ ਕਿਸਾਨਾਂ ਦੇ ਧਰਨੇ ਨੂੰ ਇੱਥੋਂ ਚੁਕਵਾ ਦਿੱਤਾ ਜਾਏ। ਕਈ ਜਿਹੜੇ ਵੱਡੇ ਮਤਲਬ ਕਿ ਵਿਧਾਇਕ BJP ਦੇ ਜਿਹੜੇ ਉਹ ਜਿਹੜੇ ਨਿਸ਼ਾਨਾ ਕੱਸਦੇ ਨੇ ਕਿ ਇਹਨਾਂ ਕਰਕੇ ਬਰਡ ਫਲੂ ਫੈਲ ਰਿਹਾ ਹੈ, ਕਿਸਾਨਾਂ ਦੇ ਕਰਕੇ ਉਹ ਇੱਥੇ ਬੈਠੇ ਕਾਜੂ ਖਾਂਦੇ ਨੇ, ਇੱਥੇ ਬੈਠੇ ਚਿਕਨ ਖਾਂਦੇ ਨੇ, ਇੱਥੇ ਬੈਠੇ ਸ਼ਰਾਬਾਂ ਪੀਂਦੇ ਨੇ। ਇਸ ਤਰ੍ਹਾਂ ਲਗਾਤਾਰ ਬਿਆਨਬਾਜ਼ੀ, ਕੀ ਲੱਗਦਾ ਸੁਪਰੀਮ ਕੋਰਟ ਦਾ ਫੈਸਲਾ ਜਾਂ ਉੱਥੇ ਕਿਸ ਤਰ੍ਹਾਂ ਦੀ ਗੱਲ ਰੱਖਣੀ ਚਾਹੀਦੀ ਹੈ? ਦੇਖੋ, ਸੁਪਰੀਮ ਕੋਰਟ ਦੇ ਵਿੱਚ ਇਹਨਾਂ ਦੀ ਜੋ ਕਿਸਾਨ ਯੂਨੀਅਨ ਦੇ ਜਿਹੜੇ ਆਗੂ ਨੇ, ਯੂਨੀਅਨਾਂ ਦੇ ਆਗੂ ਨੇ, ਉਹਨਾਂ ਦੀ ਇੱਕ ਬਹੁਤ ਅੱਛੀ ਰਣਨੀਤੀ ਚੱਲ ਰਹੀ ਹੈ। ਬਕਾਇਦਾ ਤੌਰ 'ਤੇ ਮਾਹਰ ਵਕੀਲਾਂ ਨਾਲ ਸਲਾਹ ਹੋਏਗੀ, ਖੇਤੀ ਮਾਹਰਾਂ ਨਾਲ ਸਲਾਹ ਹੋਏਗੀ, ਕਾਨੂੰਨ ਦੇ ਨਾਲ ਜਿਹੜੀਆਂ ਜਿੱਦਾਂ ਕੁਛ ਪੋਲੀਟੀਕਲ ਟੈਕਨੀਕਸ ਹੁੰਦੀਆਂ ਨੇ, ਜਿੱਦਾਂ ਉਹਨਾਂ ਨੂੰ ਵੀ ਨਾਲ ਜੋੜ ਕੇ ਰੱਖਿਆ ਜਾਊਗਾ। ਉਹ ਮਾਹਰ ਬੰਦੇ ਨੇ, ਉਹਨਾਂ ਨੇ ਆਪਣਾ ਪੱਖ ਟੈਕਨੀਕਲੀ ਤੌਰ 'ਤੇ ਸਟਰੋਂਗ ਰੱਖਣਾ ਚਾਹੀਦਾ ਵੀ ਹੈਗਾ। ਆਪਾਂ ਇਹ ਗੱਲ ਨਹੀਂ ਕਰਦੇ ਕਿ ਬਸ ਵਿਰੋਧ ਕਰਕੇ ਤੁਸੀਂ ਤੁਰੇ ਰਹੋ, ਨਹੀਂ। ਲੋਕਾਂ ਨੂੰ ਪਤਾ ਹੋਣਾ ਚਾਹੀਦਾ ਕਿ ਹਰ ਮੁਕਾਮ ਦੇ ਉੱਤੇ ਇੱਕ ਸਫਲ ਬਾਜੀ ਖੇਡੀ ਗਈ ਆ, ਠੀਕ ਹੈ। ਇੱਦਾਂ ਨਹੀਂ ਹੋਣਾ ਚਾਹੀਦਾ ਕਿ ਬਸ ਚੁੱਪ ਕਰਕੇ ਨਾਅਰਾ ਲਾ ਕੇ ਖੜੇ ਹੋ ਕੇ ਕਹਿ ਦਿਓ ਵੀ ਸਾਡਾ ਇਹ ਹੱਕ ਇੱਥੇ ਰੱਖ, ਨਹੀਂ। ਹਰ ਇੱਕ ਮੁਕਾਮ 'ਤੇ ਲੜਨ ਲਈ ਤਿਆਰ ਨੇ, ਉਹ ਸਟਰੋਂਗ ਬਾਜੀ ਵੀ ਖੇਡਣਗੇ। ਸੋ ਉਹ ਉਸ ਚੀਜ਼ ਦਾ ਜਿਹੜਾ ਹੈਗਾ ਕਿਤੇ ਨਾ ਕਿਤੇ ਅਸਰ ਤਾਂ ਪਏਗਾ ਜਦੋਂ ਜਵਾਬ ਦੇਣਾ। ਇਹਨਾਂ ਨੇ ਜਵਾਬ ਦੇਣ ਦੀ ਲੋੜ ਵੀ ਹੈਗੀ ਆ, ਅੱਜ ਆਪਾਂ ਇਹ ਗੱਲ ਕਰਦੇ ਹਾਂ। ਤੇ ਦੂਜੀ ਗੱਲ ਜਿਹੜੀ ਹੈਗੀ, ਜਿਹੜੇ ਹੋਰਨਾਂ ਪਾਸਿਆਂ ਤੋਂ ਆ ਕੇ ਘੇਰਾਬੰਦੀ ਕੀਤੀ ਜਾਂਦੀ ਹੈ, ਜਿੱਦਾਂ ਤੁਸੀਂ ਕਹਿ ਹੀ ਰਹੇ ਹੋ, ਇਹ ਚੀਜ਼ਾਂ ਦਾ ਪੂਰਨ ਤੌਰ 'ਤੇ ਖਿਆਲ ਰੱਖਣਾ ਵੀ ਉਹਨਾਂ ਦੀ ਜ਼ਿੰਮੇਵਾਰੀ ਆ। ਬਹੁਤ ਅੱਛੇ ਤਰੀਕੇ ਨਾਲ ਜਿਹੜਾ ਹੈਗਾ ਅੰਦੋਲਨ ਚੱਲ ਰਿਹਾ ਫਿਲਹਾਲ ਦੀ ਘੜੀ, ਇਸੇ ਕਰਕੇ ਸਾਰੇ ਲੋਕਾਂ ਨੂੰ ਵਕਤ ਪਿਆ ਹੈ। ਸਰਕਾਰ ਕੋਲ ਨਕਲੀ ਜਥੇਬੰਦੀਆਂ ਲਿਆ ਕੇ, ਨਕਲੀ ਪਟੀਸ਼ਨਰ ਖੜੇ ਕਰਕੇ, ਪਟੀਸ਼ਨਾਂ ਪਾ ਕੇ ਇਹ ਕੰਮ ਕਰਨ ਤੋਂ ਬਿਨਾਂ ਹੋਰ ਕੋਈ ਚਾਰਾ ਰਿਹਾ ਵੀ ਨਹੀਂ, ਠੀਕ ਹੈ। ਹਰ ਇੱਕ ਅੰਦੋਲਨ ਦੇ ਵਿੱਚ ਜਾਂ ਜੋ ਵੀ ਕੰਮ ਕਰਦੇ ਹੋ ਤੁਸੀਂ, ਉਹਦੇ ਵਿੱਚ ਘੁਸਪੈਠ ਤਾਂ ਦੂਜੀ ਪਾਰਟੀ ਕਰਦੀ ਹੈ। ਜਦੋਂ ਦੋ ਧਿਰਾਂ ਦੀ ਆਪਸੀ ਲੜਾਈ ਹੁੰਦੀ ਆ, ਉਹਨੂੰ ਜਿੱਤਣ ਦੇ ਲਈ ਹਰ ਇੱਕ ਮੁਕਾਮ 'ਤੇ ਹਰ ਇੱਕ ਐਂ ਕਹਿ ਲਓ ਕਿ ਕਿਸੇ ਵੀ ਤਰ੍ਹਾਂ ਦਾ ਹੱਥਕੰਡਾ ਅਪਣਾਇਆ ਜਾਂਦਾ ਹੈ। ਤਾਂ ਸਰਕਾਰ ਹੈ, ਉਹਦੇ ਕੋਲ ਬਹੁਤ ਕੁਛ ਹੈ, ਪਾਵਰ ਆ, ਉਹ ਕੁਛ ਵੀ ਕਰ ਸਕਦੀ ਹੈ, ਉਹ ਕਰ ਰਹੀ ਹੈ। ਨਕਲੀ ਜਥੇਬੰਦੀਆਂ ਖੜੀਆਂ ਨਹੀਂ ਕੀਤੀਆਂ ਜਾ ਸਕਦੀਆਂ। ਜੇ ਅਸਲੀ ਜਥੇਬੰਦੀਆਂ ਨੇ ਆ ਕੇ ਉੱਥੇ ਸਟੇਜ 'ਤੇ ਸਾਂਭਣ, ਲੈ ਜਾਣ ਕਿਸਾਨਾਂ ਨੂੰ ਠਾਲ ਕੇ ਕਿ ਭਾਈ ਆ ਤੁਹਾਨੂੰ ਗੁੰਮਰਾਹ ਕਰ ਰਹੇ ਨੇ। BJP ਦੇ ਆਪਣੇ ਕਿਸਾਨ ਯੂਨੀਅਨ ਹੈਗੀਆਂ ਨੇ, ਉਹ ਲਿਆ ਕੇ ਉਹਨਾਂ ਲੋਕਾਂ ਨੂੰ ਲੈ ਜਾਣ ਜਿਨ੍ਹਾਂ ਨੂੰ ਇਹ ਭੋਲੇ ਭਾਲੇ ਕਹਿੰਦੇ ਨੇ। ਜਿਆਣੀ ਵਰਗੇ ਲੋਕ ਕਹਿ ਰਹੇ ਨੇ ਕਿ ਕਿਸਾਨ ਭੋਲੇ ਭਾਲਿਆਂ ਨੂੰ ਨਾਲ ਲਾ ਲਿਆ ਯੂਨੀਅਨਾਂ ਨੇ। ਤੁਸੀਂ ਲਾ ਲਓ ਨਾਲ, ਭੋਲੇ ਭਾਲੇ ਤਾਂ ਹੈਗੇ ਨੇ, ਤੁਸੀਂ ਜਾ ਕੇ ਬਿਆਨ ਦੇ ਕੇ ਨਾਲ ਲੈ ਜਾਓ ਪਹਿਲਾਂ, ਤੇ ਤੁਸੀਂ ਕਿਉਂ ਨਹੀਂ ਜਾਂਦੇ ਉੱਥੇ? ਉਹ ਚੀਜ਼ਾਂ ਜਿਹੜੀਆਂ ਹੈਗੀਆਂ ਸਭ ਨੂੰ ਪਤਾ ਆ
ਜੇ ਕੋਈ ਜਾਂਦਾ ਤਾਂ ਉੱਥੇ ਜਾ ਕੇ ਮੂੰਹ ਦੀ ਖਾ ਕੇ ਮੁੜ ਆਉਂਦਾ, ਕਿ ਉਹ ਜਵਾਬ ਉਹਨਾਂ ਦੇ ਜਿਹੜੇ ਜਵਾਬ ਮੰਗਦੇ ਉਹਨਾਂ ਦੇ ਹੈ ਹੀ ਨਹੀਂ ਜਵਾਬ ਉਹਨਾਂ ਕੋਲ। ਬਿਲਕੁਲ ਹੁਣ ਕੱਲ ਨੂੰ ਜਿਹੜਾ ਐਮਰਜੈਂਸੀ ਮੀਟਿੰਗ ਕਰਨ ਤੋਂ ਬਾਅਦ ਚੋਂ ਸੁਪਰੀਮ ਕੋਰਟ ਦੇ ਜੋ ਕੁਝ ਜਵਾਬ ਦੇਣਾ ਉਹਦੇ ਉੱਤੇ ਵੀ ਸਭ ਕੁਝ ਸਾਹਮਣੇ ਆ ਜਾਣਾ। ਦੂਜੀ ਗੱਲ ਇਹ ਹੈ ਕਿ ਜਿਵੇਂ ਆਪਾਂ ਕਹਿ ਰਹੇ ਸੀ ਕਿ ਸਿਆਸੀ ਲੋਕ ਜਿਹੜੇ ਨੇ ਉਹ ਜੇਕਰ ਕਹਿੰਦੇ ਨੇ ਕਿ ਸਾਡੇ 'ਚ ਇੰਨਾ ਦਮ ਹੈ ਕਿ ਅਸੀਂ ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨਾਂ ਤੇ ਘੇਰ ਸਕਦੇ ਹਾਂ, ਤਾਂ ਇੱਕ ਆਪਣਾ ਜਵਾਬ ਦੇਣ ਦੇ ਲਈ ਕਈ ਨੌਜਵਾਨ ਕਿਸਾਨ ਆਗੂ ਵੀ ਇਹ ਗੱਲ ਕਹਿ ਰਹੇ ਨੇ ਕਿ ਜਾ ਕੇ ਤੁਸੀਂ ਆਪਣਾ ਕੋਈ ਜਿਹੜਾ ਮੁਜ਼ਾਹਰਾ ਵੱਡੇ ਪੱਧਰ ਦੇ ਉੱਤੇ ਕਰੋ, ਤੁਸੀਂ ਵੀ ਕੋਈ ਘੇਰ ਕੇ ਦਿਖਾ ਦਿਓ, ਕੋਈ ਏਅਰਪੋਰਟ ਘੇਰ ਕੇ ਦਿਖਾ ਦਿਓ, ਤੁਸੀਂ ਵੀ ਇਹੋ ਜਿਹੀ ਥਾਂ ਤੇ ਕਿਤੇ ਮਹੀਨਾ ਕੁ ਲਾ ਕੇ ਦੇਖੋ। ਉਹ ਲੋਕ ਜਿਹੜੇ ਤੁਸੀਂ ਕਹਿੰਦੇ ਹੋ ਕਿ ਸਾਡੇ ਨਾਲ ਨੇ, ਅਸੀਂ ਭੇਜੇ ਨੇ ਇੱਧਰ ਕਿਸਾਨਾਂ ਦੇ ਧਰਨੇ ਵਿੱਚ, ਉਹਨਾਂ ਨੂੰ ਲਿਜਾ ਕੇ ਤੁਸੀਂ ਲਾ ਕੇ ਦੇਖ ਲਓ, ਬਹਿ ਕੇ ਦੇਖ ਲਓ ਕਿ ਕਿੱਦਾਂ ਕੇਂਦਰ ਦੇ ਨੱਕ ਵਿੱਚ ਦਮ ਕਰਨਾ ਹੈ, ਕਿ ਉਹ ਤੁਹਾਡੇ ਨੱਕ ਵਿੱਚ ਦਮ ਕਰਦੇ ਨੇ। ਸਭ ਦਾ ਜਵਾਬ ਜਿਹੜਾ ਆ ਉਹ ਸਾਹਮਣੇ ਆ ਜਾਏਗਾ ਕਿ ਕਿਸ ਤਰੀਕੇ ਦੇ ਨਾਲ ਕਿਸਾਨ ਜਥੇਬੰਦੀਆਂ ਦੇ ਉੱਤੇ ਜਿਹੜੀਆਂ ਸਿਆਸੀ ਰੋਟੀਆਂ ਸੇਕੀਆਂ ਜਾ ਰਹੀਆਂ ਨੇ, ਕਿਸਾਨ ਅੰਦੋਲਨ ਦੇ ਉੱਤੇ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ, ਉਸ ਉੱਤੇ ਸਾਡੀ ਨਜ਼ਰ ਰਹੇਗੀ। ਖਬਰਾਂ ਟੌਪ ਦੀਆਂ ਦੇ ਵਿੱਚ ਫਿਲਹਾਲ ਦੇ ਲਈ ਇੰਨਾ ਹੀ। ਮੈਨੂੰ ਸੁਖਵਿੰਦਰ ਸਿੰਘ ਨੂੰ ਇਜਾਜ਼ਤ ਦਿਓ। ਲੋਕ ਰਾਣ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ, ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਮੈਨੂੰ ਇਜਾਜ਼ਤ ਦਿਓ, ਧੰਨਵਾਦ।